ਅਸੀਂ ਕਈ ਵਾਰੀ ਸੁਣਦੇ ਹਾਂ ਕਿ ਡਾਇਬੈਟਿਕ ਅਟੈਕ ਆ ਜਾਂਦੇ ਨੇ। ਹੁਣ ਉਹ ਜੇ ਅਟੈਕ ਆਉਂਦੇ ਨੇ ਤਾਂ ਕਿੰਨੇ ਕੁ ਸੀਰੀਅਸ ਹੋ ਜਾਂਦੇ ਨੇ। ਤੇ ਮੈਂ ਤਾਂ ਇਹ ਵੀ ਦੇਖਿਆ ਕਿ ਡਾਇਬੈਟਿਕ ਪਰਸਨ ਦੇ ਕਈ ਵਾਰ ਹੱਥ ਪੈਰ ਉਂਗਲਾਂ ਇਹ ਵੱਢਣੇ ਵੀ ਪੈ ਜਾਂਦੇ ਨੇ। ਕੋਈ ਇਨਸਾਨ ਹੈ ਜਿਸ ਨੂੰ ਡਾਇਬੀਟੀਜ਼ ਆ, ਉਹਨੂੰ ਕਿਵੇਂ ਪਤਾ ਲੱਗੇਗਾ ਕਿ ਡਾਇਬੀਟੀਜ਼ ਆ? ਤੇ ਹੁਣ ਡਾਕਟਰ ਕੋਲ ਜਾਣ ਦਾ ਸਮਾਂ ਆ ਗਿਆ, ਹੁਣ ਡਾਕਟਰ ਦੇ ਨਾਲ ਕੰਸਲਟ ਕਰਨ ਦਾ ਸਮਾਂ। ਜਦੋਂ ਵੀ ਤੁਸੀਂ ਆਪਣੇ ਡਾਕਟਰ ਕੋਲ ਜਾਣਾ, ਚਾਹੇ ਤੁਹਾਡਾ ਫੈਮਿਲੀ ਡਾਕਟਰ ਹੈ ਜਾਂ ਤੁਹਾਡਾ ਪ੍ਰਾਇਮਰੀ ਕੇਅਰ ਡਾਕਟਰ, ਇੰਟਰਨਿਸਟ ਹੈ ਜਾਂ ਐਂਡੋਕ੍ਰਿਨੋਲੋਜਿਸਟ, ਉਹਨਾਂ ਹਮੇਸ਼ਾ ਇਹ ਕਹਿਣਾ ਕਿ ਤੁਹਾਡੀ 3 ਮਹੀਨੇ ਦੀ ਸ਼ੂਗਰ ਕਿੰਨੀ ਸੀ। ਕਈ ਵਾਰ ਡਾਈਟੇਸ਼ਨ ਦੇ ਨਾਲ ਤੁਹਾਨੂੰ ਮਿਲਵਾ ਵੀ ਦਿੱਤਾ ਜਾਂਦਾ, ਕਈ ਵਾਰੀ ਅਜਿਹਾ ਫੂਡ ਡਾਈਟੇਸ਼ਨ ਦੇ ਦਿੰਦੇ ਆ, ਉਹ ਕਹਿੰਦੇ ਅਸੀਂ ਅਫੋਰਡ ਨਹੀਂ ਕਰ ਸਕਦੇ। ਸੋ ਇਹ ਸਾਰੀਆਂ ਚੀਜ਼ਾਂ ਇੰਟਰ ਰਿਲੇਟਡ ਹੈਗੀਆਂ ਨੇ, ਇਹਨਾਂ ਦੇ ਨਾਲ ਇਹਨਾਂ ਦੇ ਬਾਰੇ ਗੱਲਬਾਤ ਕਰਨੀ ਜਿਹੜੀ ਉਹ ਲਾਜ਼ਮੀ ਆ। ਚੰਗਾ ਕੰਟਰੋਲ 24 ਆਵਰ ਸ਼ੂਗਰ ਨੂੰ ਮੇਨਟੇਨ ਕਰਨਾ, ਉਹਦੇ ਵਾਸਤੇ ਜਿਹੜਾ ਤੁਹਾਡਾ ਟੈਸਟ ਹੈ, ਜਿਹੜਾ ਹੀਮੋਗਲੋਬਿਨ A1C ਦਾ 7 ਤੋਂ ਘੱਟ ਮੇਨਟੇਨ ਕਰਨਾ ਕ੍ਰੂਸ਼ੀਅਲ ਹੈ। ਇਸ ਤੋਂ ਇਲਾਵਾ ਹੋਰ ਕੋਈ ਜਿਹੜਾ ਨਾ ਉਹ ਬੈਸਟ ਇੰਡੀਕੇਟਰ। ਸਾਡੀ ਇਹ ਪ੍ਰੋਬਲਮ ਵੀ ਕਈ ਵਾਰੀ ਹੁੰਦਾ ਵੀ ਆਪਾਂ ਬਲੱਡ ਪ੍ਰੈਸ਼ਰ ਦੇ ਮਗਰ ਵੀ ਪੈ ਜਾਂਦੇ ਹਾਂ, 3 ਵਾਰੀ ਚੈੱਕ ਕਰਨੇ ਆ ਤੇ ਸ਼ੂਗਰ ਵੀ, ਉਹਦਾ ਕੋਈ ਫਾਇਦਾ ਨਹੀਂ। ਜਿਹੜਾ ਗੁਰਦਿਆਂ ਤੇ ਇਹਦਾ ਬੜਾ ਅਸਰ ਪੈਂਦਾ ਤੇ ਉਹ ਜਿਹੜਾ ਅਸਰ ਹੈ ਨਾ, ਜੇ ਆਪਾਂ ਲੰਬੇ ਸਮੇਂ ਵਾਸਤੇ ਸ਼ੂਗਰ ਨਹੀਂ ਕੰਟਰੋਲ ਕਰਦੇ, ਤੁਹਾਡੇ ਪਿਸ਼ਾਬ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਕਈ ਤਰ੍ਹਾਂ ਦੇ ਅਦਾਰੇ ਉਹ ਪੁਸ਼ ਕਰਦੇ ਨੇ ਵੀ ਤੁਸੀਂ ਸ਼ੂਗਰ 2 ਵਾਰੀ ਕਿਉਂ ਨਹੀਂ ਚੈੱਕ ਕਰਦੇ, 3 ਵਾਰੀ। ਜਦੋਂ ਤੁਹਾਡੀ ਸਟੇਬਲ ਹੈਗੀ ਹੈ, ਤੁਹਾਡੀ ਹੀਮੋਗਲੋਬਿਨ A1C <7 ਹੈ, ਤੁਹਾਡੀ ਫਾਸਟਿੰਗ ਸ਼ੂਗਰ 5 ਤੇ 6 ਦੇ ਵਿਚਕਾਰ ਹੈ, ਫਿਰ ਤੁਹਾਨੂੰ ਇੰਨੀ ਵਾਰੀ ਚੈੱਕ ਕਰਨ ਦੀ ਕੀ ਜ਼ਰੂਰਤ ਹੈ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਤੇ ਅੱਜ ਇਹ ਸ਼ੋਅ ਪਿਛਲੇ ਸ਼ੋਅ ਦੀ ਕੰਟੀਨਿਊਟੀ ਹੋਵੇਗੀ, ਕਿਉਂਕਿ ਪਿਛਲੇ ਸ਼ੋਅ ਦੇ ਵਿੱਚ ਅਸੀਂ ਡਾਕਟਰ ਗੁਲਜ਼ਾਰ ਚੀਮਾ ਦੇ ਨਾਲ ਗੱਲਬਾਤ ਕੀਤੀ ਸੀਗੀ ਡਾਇਬੀਟੀਜ਼ ਦੇ ਬਾਰੇ, ਸ਼ੂਗਰ ਦੇ ਰੋਗ ਦੇ ਬਾਰੇ, ਕਿ ਕਿਸ ਤਰ੍ਹਾਂ ਦੇ ਨਾਲ ਇਹ ਜ਼ਿਆਦਾ ਵੱਧਦਾ ਹੈ, ਕਿਹਨੂੰ ਹੁੰਦਾ ਹੈ, ਕਿਸ ਤਰ੍ਹਾਂ ਦੇ ਨਾਲ ਰੋਕਥਾਮ ਕੀਤੀ ਜਾ ਸਕਦੀ ਹੈ। ਹੋਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਡਿਸਕਸ਼ਨ ਕੀਤੀਆਂ ਸੀ। ਕਿਹਨੂੰ ਇਹ ਰੋਗ ਹੋ ਸਕਦਾ ਹੈ, ਕਿਸ ਤਰ੍ਹਾਂ ਦਾ ਰੋਗ ਹੁੰਦਾ ਹੈ, ਕਿਹੜੇ ਕਾਰਨ ਹੋ ਸਕਦੇ ਨੇ, ਸਿੰਪਟਮ ਕਿਹੜੇ ਹੋ ਸਕਦੇ ਨੇ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਇਹ ਵੀ ਅਹਿਮ ਹੋਣ ਵਾਲੀ ਹੈ। ਇਸ ਸ਼ੋਅ ਦੇ ਵਿੱਚ ਗੱਲਬਾਤ ਅਸੀਂ ਇਸ ਬਾਰੇ ਕਰਨੀ ਹੈ ਕਿ ਅਸੀਂ ਡਾਕਟਰ ਦੇ ਕੋਲ ਕਦੋਂ ਜਾਣਾ ਹੈ। ਸਾਨੂੰ ਕੀ ਪਤਾ ਲੱਗੇ ਕਿ ਹੁਣ ਸਾਨੂੰ ਸ਼ੂਗਰ ਹਾਈ ਹੈ ਜਾਂ ਲੋ ਹੈ। ਕਈ ਵਾਰੀ ਇਹ ਵੀ ਪ੍ਰੋਬਲਮ ਆ ਜਾਂਦੀ ਹੈ। ਫਿਰ ਅਸੀਂ ਕਿਹੜੇ ਟੈਸਟ ਕਰਵਾਉਣੇ ਆ, ਕੰਪਲੀਕੇਸ਼ਨਸ ਕਿਹੜੀਆਂ ਆ ਸਕਦੀਆਂ ਨੇ, ਤੇ ਅਸੀਂ ਜੇ ਦੂਜੇ ਦੇਸ਼ਾਂ ਦੇ ਉੱਤੇ ਵਿਜ਼ਿਟ ਕਰਨ ਗਏ ਆ, ਓਵਰਸੀਜ਼ ਗਏ ਹੋਏ ਆ, ਉਦੋਂ ਸਾਨੂੰ ਕਿਹੜੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ। ਅਸੀਂ ਕਈ ਵਾਰੀ ਸੁਣਦੇ ਹਾਂ ਕਿ ਡਾਇਬੈਟਿਕ ਅਟੈਕ ਆ ਜਾਂਦੇ ਨੇ। ਹੁਣ ਉਹ ਜੇ ਅਟੈਕ ਆਉਂਦੇ ਨੇ ਤਾਂ ਕਿੰਨੇ ਕੁ ਸੀਰੀਅਸ ਹੋ ਜਾਂਦੇ ਨੇ। ਤੇ ਮੈਂ ਤਾਂ ਇਹ ਵੀ ਦੇਖਿਆ ਕਿ ਡਾਇਬੈਟਿਕ ਪਰਸਨ ਦੇ ਕਈ ਵਾਰ ਹੱਥ ਪੈਰ ਉਂਗਲਾਂ ਇਹ ਵੱਢਣੇ ਵੀ ਪੈ ਜਾਂਦੇ ਨੇ। ਕਿਉਂ ਵੱਢਣੇ ਪੈ ਜਾਂਦੇ ਨੇ, ਕਿੰਨਾ ਕੁ ਸੀਰੀਅਸ ਹੋ ਜਾਂਦਾ, ਇਹ ਸਭ ਦੇ ਬਾਰੇ ਗੱਲਬਾਤ ਕਰਾਂਗੇ। ਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ, ਸਵਾਗਤ ਕਰਦੇ ਹਾਂ ਡਾਕਟਰ ਗੁਲਜ਼ਾਰ ਚੀਮਾ ਦਾ। ਡਾਕਟਰ ਚੀਮਾ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਤੇ ਆਪਾਂ ਪਿਛਲੇ ਹਫਤੇ ਜਿਹੜਾ ਪ੍ਰੋਗਰਾਮ ਕੀਤਾ ਸੀ ਉਹ ਸੀ ਪਾਰਟ 1, ਅੱਜ ਪਾਰਟ 2 ਦੇ ਵਿੱਚ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦਿਆਂਗਾ ਇੱਕ ਕਰਕੇ, ਕਿਉਂਕਿ ਫਿਰ ਕਈ ਵਾਰੀ ਹੁੰਦਾ ਵੀ ਮੈਂ ਸ਼ੁਰੂ ਕਰਨਾ ਗੱਲ, ਫਿਰ ਉਹ ਮੈਂ ਉਹਨੂੰ ਕਈ ਵਾਰੀ ਖਤਮ ਨਹੀਂ ਕਰਦਾ ਟਾਈਮ ਸਿਰ। ਸੋ ਮੇਕ ਸ਼ੋਰ ਦੈਟ ਤੁਸੀਂ, ਕਿਉਂਕਿ ਉਹ ਇਨਫੋਰਮੇਸ਼ਨ ਵੀ ਜ਼ਰੂਰੀ ਹੁੰਦੀ ਹੈ ਡਾਕਟਰ ਸਾਹਿਬ, ਕਿ ਅਸੀਂ ਤੁਹਾਡੇ ਤੋਂ ਇਨਫੋਰਮੇਸ਼ਨ ਜਿੰਨੀ ਵੱਧ ਤੋਂ ਵੱਧ ਲੈ ਸਕੀਏ ਉਨੀ ਅਸੀਂ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਇਨਫੋਰਮੇਸ਼ਨ ਤੁਸੀਂ ਪਿਛਲੇ ਸ਼ੋਅ 'ਚ ਕਾਫੀ ਦਿੱਤੀ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਡਾਇਬੈਟਿਕ ਪਰਸਨ ਜਿਹੜੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਦੇ ਨਾਲ ਵਾਕ ਕਰਨੀ ਚਾਹੀਦੀ ਹੈ, ਨੇਚਰ ਨਾਲ ਕਨੈਕਟ ਕਰਨਾ ਚਾਹੀਦਾ। ਪਰ ਇਸ ਵਿਚਕਾਰ ਹੁਣ ਕੋਈ ਇਨਸਾਨ ਹੈ ਜਿਸ ਨੂੰ ਡਾਇਬੀਟੀਜ਼ ਆ, ਉਹਨੂੰ ਕਿਵੇਂ ਪਤਾ ਲੱਗੇਗਾ ਕਿ ਡਾਇਬੀਟੀਜ਼ ਆ? ਤੇ ਹੁਣ ਡਾਕਟਰ ਕੋਲ ਜਾਣ ਦਾ ਸਮਾਂ ਆ ਗਿਆ, ਹੁਣ ਡਾਕਟਰ ਦੇ ਨਾਲ ਕੰਸਲਟ ਕਰਨ ਦਾ ਸਮਾਂ ਆ ਗਿਆ। ਦੇਖੋ, ਜਿਹੜੇ ਸਿੰਪਟਮ ਪਿਛਲੀ ਵਾਰੀ ਐਕਸਪਲੇਨ ਕੀਤੇ ਸੀ, ਜਦੋਂ ਉਹਦੇ ਵਿੱਚੋਂ ਤੁਹਾਨੂੰ ਕੋਈ ਵੀ ਚੀਜ਼ ਤੁਸੀਂ ਫਿੱਟ ਹੁੰਦੇ ਹੋ, ਤੁਹਾਡੀ 45 ਤੋਂ ਉੱਪਰ ਹੋ, ਤੁਸੀਂ ਤੁਹਾਡੀ ਫੈਮਿਲੀ ਵਿੱਚ ਕਿਸੇ ਨੂੰ ਸ਼ੂਗਰ ਹੈਗੀ, ਜਾਂ ਤੁਹਾਡੀ ਕਿਸੇ ਇੰਸ਼ੋਰੈਂਸ ਕੰਪਨੀ ਕਿਹਾ ਵੀ ਆਪਣਾ ਟੈਸਟ ਕਰਾਓ, ਜਾਂ ਵੈਸੇ ਤੁਸੀਂ ਥਕਾਵਟ ਮਹਿਸੂਸ ਕਰਦੇ ਪਏ ਹੋ, ਜਦੋਂ ਤੁਹਾਨੂੰ ਕਾਫੀ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਆ ਗਿਆ ਵੀ ਹੋ ਸਕਦਾ ਸ਼ੂਗਰ ਹੋਏ, ਫਿਰ ਤੁਸੀਂ ਆਪਣੇ ਡਾਕਟਰ ਕੋਲ ਜਾਣਾ। ਉਹਨਾਂ ਤੁਹਾਡਾ ਫਾਸਟਿੰਗ ਸ਼ੂਗਰ ਕਰਨਗੇ, ਇੱਕ ਤੁਹਾਡਾ 2 ਘੰਟੇ ਵਾਲਾ ਬਾਅਦ ਦਾ ਸ਼ੂਗਰ ਟੈਸਟ ਕਰਨਗੇ। ਇੱਕ ਤੀਜਾ ਟੈਸਟ ਜਿਹੜਾ ਬੜਾ ਇੰਪੋਰਟੈਂਟ ਅੱਜ ਕੱਲ੍ਹ, ਉਹਦੇ ਵਿੱਚ ਕਈ ਵਾਰੀ ਫਾਸਟਿੰਗ ਨਹੀਂ ਕਰਨੀ ਪੈਂਦੀ, ਹੁੰਦਾ ਹੀਮੋਗਲੋਬਿਨ A1C ਟੈਸਟ। ਸਾਰੇ ਯਾਦ ਰੱਖ ਲਓ ਉਹਦਾ ਨਾਂ, ਕਿਉਂਕਿ ਉਹ ਜਦੋਂ ਵੀ ਤੁਸੀਂ ਆਪਣੇ ਡਾਕਟਰ ਕੋਲ ਜਾਣਾ, ਚਾਹੇ ਤੁਹਾਡਾ ਫੈਮਿਲੀ ਡਾਕਟਰ ਹੈ ਜਾਂ ਤੁਹਾਡਾ ਪ੍ਰਾਇਮਰੀ ਕੇਅਰ ਡਾਕਟਰ, ਇੰਟਰਨਿਸਟ ਹੈ ਜਾਂ ਐਂਡੋਕ੍ਰਿਨੋਲੋਜਿਸਟ, ਉਹਨਾਂ ਹਮੇਸ਼ਾ ਇਹ ਕਹਿਣਾ ਵੀ ਤੁਹਾਡੀ 3 ਮਹੀਨੇ ਦੀ ਸ਼ੂਗਰ ਕਿੰਨੀ ਸੀ। ਉਹ ਜਿਹੜਾ ਸਪੈਸ਼ਲ ਟੈਸਟ ਹੁੰਦਾ, ਉਹ ਜਿਹੜੀ ਸ਼ੂਗਰ ਹੈ ਨਾ, ਉਹ ਸਾਡੀ ਹੀਮੋਗਲੋਬਿਨ ਜਿਹੜੇ ਬਲੱਡ ਸੈੱਲ ਦੇ ਵਿੱਚ ਉਹਦੇ ਨਾਲ ਬਾਈਂਡ ਹੁੰਦੀ ਹੈ, ਅਤੇ ਉਹਦੇ ਨਾਲ ਇਹ ਪਤਾ ਲੱਗਦਾ ਕਿ ਤੁਹਾਡੀ ਸ਼ੂਗਰ ਦਾ ਕੰਟਰੋਲ ਕਿੰਨਾ ਸੀ ਜਾਂ ਤੁਹਾਡੀ ਕਿੰਨੀ ਹੈਗੀ ਹੈ। ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਜਦੋਂ ਵੀ ਜਿਹੜੀ ਕੈਨੇਡਾ ਦੀ ਜਿਹੜੀ ਆਪਣੀਆਂ ਗਾਈਡਲਾਈਨਸ ਨੇ, ਉਹਦੇ ਮੁਤਾਬਕ ਜਦੋਂ ਤੁਹਾਡੀ ਫਾਸਟਿੰਗ ਸ਼ੂਗਰ ਜਿਹੜੀ ਨਾ 5.8 ਤੋਂ ਉੱਪਰ ਵੱਧਦੀ ਹੈ,
ਤੇ ਜਾਂ ਫਿਰ ਤੁਹਾਡੀ ਜਿਹੜਾ ਹੀਮੋਗਲੋਬਿਨ A1C ਹੈ ਉਹ ਵੀ 6 ਤੋਂ ਉੱਪਰ ਜਾ ਰਹੀ ਹੈ, ਜਾਂ ਫਿਰ ਤੁਹਾਡਾ ਨਾਲ ਫਿਰ ਤੁਹਾਡਾ ਜਿਹੜਾ ਡਾਇਗਨੋਸਿਸ ਬਣ ਜਾਂਦਾ। ਪਰ ਕਈ ਵਾਰੀ ਹੁੰਦਾ ਕਿ ਹੋ ਸਕਦਾ ਵੀ ਤੁਸੀਂ ਕਿਸੇ ਹਾਲਾਤ ਦੇ ਵਿੱਚ ਜ਼ਿਆਦਾ ਖਾ ਰਹੇ ਸੀ ਪਹਿਲਾਂ, ਜਾਂ ਤੁਸੀਂ ਅੰਡਰ ਸਟ੍ਰੈਸ ਸੀ, ਜਾਂ ਤੁਹਾਨੂੰ ਕੋਈ ਹੋਰ ਪਰੇਸ਼ਾਨੀ ਸੀ, ਹੋਰ ਤੁਹਾਨੂੰ ਨਾਲ ਪ੍ਰੋਬਲਮਸ ਨੇ, ਫਿਰ ਤੁਹਾਨੂੰ ਬਾਕੀ ਟੈਸਟ ਵੀ ਕਰਾਉਣੇ ਪੈਂਦੇ ਨੇ, ਕਈ ਵਾਰ ਰਿਪੀਟ ਕਰਨਾ ਪੈਂਦਾ। ਜਿਹੜਾ ਫੈਸਟਿੰਗ ਸ਼ੂਗਰ ਉਹਨੂੰ ਤੁਸੀਂ ਦੁਬਾਰਾ ਵੀ ਕਰ ਸਕਦੇ ਹੋ ਚੈੱਕ, ਫਿਰ ਘਰ ਜਾ ਕੇ ਵੀ ਚੈੱਕ ਕਰ ਸਕਦੇ ਹੋ। ਪਰ ਕੀ ਪਾਰਟ ਹੈ ਕਿ ਆਪਣਾ ਜਿਹੜਾ ਸ਼ੂਗਰ ਹੈ ਉਹਨੂੰ ਚੈੱਕ ਕਰਾਉਣਾ, ਤੁਹਾਨੂੰ ਫਾਈਲ ਬਣਾਉਣੀ ਪੈਣੀ ਆਪਣੇ ਘਰ। ਤੁਸੀਂ ਉਹਦੀ ਫਾਈਲ ਦਾ ਮੇਨ ਫੈਸਟਿੰਗ ਸ਼ੂਗਰ ਦੀ, ਹੀਮੋਗਲੋਬਿਨ A1C ਦੀ, ਲਿਪਿਡ ਪ੍ਰੋਫਾਈਲ ਦੀ, ਤੇ ਤੁਹਾਨੂੰ ਕਿਡਨੀ ਫੰਕਸ਼ਨਸ ਦੀ, ਤੇ ਸ਼ੁਰੂ ਦੇ ਵਿੱਚ ਤੁਹਾਨੂੰ ਸੋਡੀਅਮ ਤੇ ਪੋਟਾਸ਼ੀਅਮ ਵੀ ਉਹ ਵੀ ਨਾਲ ਚੈੱਕ ਕਰਦੇ ਆ। ਇਸ ਤੋਂ ਇਲਾਵਾ ਇਹ ਵੀ ਵੇਖਿਆ ਜਾਂਦਾ ਕਿ ਜਿਹੜੇ ਤੁਹਾਡੀ ਥਾਇਰਾਇਡ ਫੰਕਸ਼ਨ ਵੀ ਉਹਦੇ ਨਾਲ ਹੀ ਤਕਰੀਬਨ ਇੱਕ ਕਿਸਮ ਦਾ ਪੈਕੇਜ ਹੁੰਦਾ ਟੈਸਟਾਂ ਦਾ, ਉਹ ਕਰ ਲਈਦਾ। ਉਹਦੇ ਨਾਲ ਇਹ ਹੁੰਦਾ ਵੀ ਤੁਹਾਡਾ ਬੇਸਲਾਈਨ ਹੋ ਜਾਂਦੀ ਐਸਟੈਬਲਿਸ਼। ਜਦੋਂ ਤੁਹਾਡੀ ਬੇਸਲਾਈਨ ਐਸਟੈਬਲਿਸ਼ ਹੋ ਗਈ, ਫਿਰ ਨੈਕਸਟ ਸਟੈਪ ਹੁੰਦਾ ਬੇਸਲਾਈਨ ਦੇ ਨਾਲ ਟੈਸਟਾਂ ਦੇ ਨਾਲ ਫਿਜ਼ੀਕਲ ਐਗਜ਼ਾਮੀਨੇਸ਼ਨ ਬੜਾ ਇੰਪੋਰਟੈਂਟ ਹੈ। ਉਹਦੇ ਕਈ ਹਿੱਸੇ ਨੇ ਕਿ ਤੁਸੀਂ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰਨਾ, ਤੁਹਾਡਾ ਪੇਟੀ ਦਾ ਸਾਈਜ਼, ਤੁਹਾਡਾ ਗਲੇ ਦਾ ਸਾਈਜ਼, ਤੁਹਾਡੀ ਜਿਹੜੀਆਂ ਨਾ ਬਲੱਡ ਵੈਸਲਸ ਨੂੰ ਚੈੱਕ ਕਰਨਾ, ਤੁਹਾਡੀ ਆਈ ਐਗਜ਼ਾਮੀਨੇਸ਼ਨ ਕਰਨਾ। ਪਰ ਜਿਹੜਾ ਅੱਖਾਂ ਦਾ ਜਿਹੜਾ ਐਗਜ਼ਾਮ ਹੈ ਨਾ, ਉਹ ਫੈਮਿਲੀ ਡਾਕਟਰ ਦੇ ਆਫਿਸ ਵਿੱਚ ਜ਼ਿਆਦਾ ਪੋਸੀਬਲ ਨਹੀਂ ਹੁੰਦਾ, ਕਿਉਂਕਿ ਅੱਖਾਂ ਡਾਇਲੇਟ ਕਰਨੀਆਂ ਪੈਂਦੀਆਂ ਨੇ, ਫਿਰ ਟਾਈਮ ਬੜਾ ਲੱਗਦਾ। ਅੱਗੇ ਤੁਹਾਨੂੰ ਪਤਾ ਵੀ ਫੈਮਿਲੀ ਡਾਕਟਰ ਦੀ ਕਿੰਨੀ ਘਾਟ ਹੈ। ਜੇ ਇੱਕ ਡਾਕਟਰ ਸਾਰਾ ਦਿਨ ਅੱਖਾਂ ਹੀ ਵੇਖੀ ਜਾਏਗਾ ਤੇ 2 ਘੰਟਿਆਂ ਬਾਅਦ ਤੇ ਗੱਲ ਨਹੀਂ ਬਣਨੀ। ਸੋ ਫਿਰ ਹੁੰਦਾ ਕਿ ਬੈਸਟ ਕੇ ਡਾਕਟਰਸ ਜਿਹੜੇ ਨਾ ਆਈ ਡਾਕਟਰ ਕੋਲ ਭੇਜੀਦਾ, ਉਹ ਐਗਜ਼ਾਮਨ ਕਰਕੇ ਤੁਹਾਨੂੰ ਰਿਪੋਰਟ ਦਿੰਦੇ ਨੇ। ਸੋ ਜਦੋਂ ਤੁਹਾਡਾ ਇਹ ਬੇਸਿਕ ਪ੍ਰੋਫਾਈਲ ਬਣ ਗਿਆ, ਤੁਹਾਡੇ ਡਾਕਟਰ ਨੇ ਤੁਹਾਨੂੰ ਸਿੰਪਲ ਕਹਿਣਾ ਕਿ ਤੁਸੀਂ ਮੇਰੇ ਕੋਲ ਹਰ ਤੀਜੇ ਮਹੀਨੇ ਬਾਅਦ ਆਉਣਾ, ਟੈਸਟ ਕਰਾ ਕੇ ਆਉਣਾ। ਟੈਸਟ ਕਰਾਉਣ ਤੋਂ ਪਹਿਲਾਂ ਕੋਈ ਫਾਇਦਾ ਨਹੀਂ ਆਉਂਦਾ। ਦੂਸਰਾ ਹੁੰਦਾ ਵੀ ਤੁਹਾਨੂੰ ਇੱਕ ਬੁਕਲੈਟ ਵਗੈਰਾ ਜਾਂ ਇਨਫੋਰਮੇਸ਼ਨ ਪੈਕੇਜ ਦੇਗਾ ਤੁਹਾਡਾ ਡਾਕਟਰ। ਘਰ ਤੁਸੀਂ ਆਪਣੇ ਘਰ ਖੜਨੀ ਹੈ, ਉਹ ਘਰ ਲੈ ਕੇ ਤੁਸੀਂ ਉਹਨੂੰ ਜਿਹੜਾ ਫੈਸਟਿੰਗ ਸ਼ੂਗਰ ਹੈ ਹਰ ਰੋਜ਼ 1-2 ਵਾਰੀ ਚੈੱਕ ਕਰਨਾ। ਇਹ ਨਹੀਂ ਵੀ 5-6 ਵਾਰੀ ਚੈੱਕ ਕਰਨੇ ਆ। ਸਾਡੀ ਇਹ ਪ੍ਰੋਬਲਮ ਵੀ ਕਈ ਵਾਰੀ ਹੁੰਦਾ ਵੀ ਆਪਾਂ ਬਲੱਡ ਪ੍ਰੈਸ਼ਰ ਦੇ ਮਗਰ ਵੀ ਪੈ ਜਾਂਦੇ ਆ, 3-3 ਵਾਰੀ ਚੈੱਕ ਕਰਨੇ ਆ, ਤੇ ਸ਼ੂਗਰ ਵੀ, ਉਹਦਾ ਕੋਈ ਫਾਇਦਾ ਨਹੀਂ। ਸਵੇਰੇ ਕਰੋ ਸ਼ੂਗਰ ਇੱਕ ਵਾਰੀ ਚੈੱਕ, ਇੱਕ ਵਾਰੀ 2 ਘੰਟੇ ਖਾਣ ਤੋਂ ਬਾਅਦ। ਇਹ ਜਿਹੜੇ ਉਹਨਾਂ ਵਾਸਤੇ ਜਿਨ੍ਹਾਂ ਦੀ ਟਾਈਪ 2 ਡਾਇਬਟੀਜ਼ ਹੈ, ਜਿਨ੍ਹਾਂ ਦੀ ਇਨਸੂਲਿਨ ਵਾਲੀ ਗੱਲ ਹੈ, ਉਹ ਮੈਂ ਵੱਖਰੀ ਗੱਲ ਕਰਾਂਗਾ। ਸੋ ਉਹ ਟੈਸਟ ਕਰਕੇ ਆਪਣਾ ਤੁਸੀਂ ਲੌਗ ਬੁੱਕ ਲਿਆਉਣੀ ਹੈ ਆਪਣੇ ਡਾਕਟਰ ਕੋਲ। ਉਹ ਤੁਹਾਨੂੰ ਜਿਹੜੀ ਉਹਨਾਂ ਨੇ ਮੈਡੀਸਨ ਸ਼ੁਰੂ ਕੀਤੀ ਆ, ਬਹੁਤ ਸਾਰੀਆਂ ਵੈਰਾਈਟੀ ਆਫ ਮੈਡੀਕੇਸ਼ਨਸ ਨੇ। ਹੁਣ ਤੇ ਇੰਜੈਕਸ਼ਨ ਵੀ ਹੈਗੇ ਨਾਲ ਕਿ ਵਨਸ ਏ ਵੀਕ ਜਿਹੜਾ ਤੁਸੀਂ ਕਰ ਸਕਦੇ ਯੂਜ਼। ਮੈਂ ਆਪ ਵੀ ਕਰਨਾ ਯੂਜ਼ ਵਨਸ ਏ ਵੀਕ। ਉਹਦੇ ਨਾਲ ਹੁੰਦਾ ਵੀ ਜਿਹੜਾ ਤੁਹਾਡਾ ਬਲੱਡ ਸ਼ੂਗਰ ਦਾ ਜਿਹੜਾ ਨਾ, ਕਿਉਂਕਿ ਮੈਨੂੰ ਵੀ ਹੈਗੀ ਡਾਇਬਟੀਜ਼ 2, ਸੋ ਉਹ ਕਾਫੀ ਤਰੀਕੇ ਨਾਲ ਉਹਨੂੰ ਮੈਨੇਜ ਅਸੀਂ ਕਰ ਲਈਦਾ। ਉਹਦੇ ਨਾਲ ਥਕਾਵਟ ਰਹਿੰਦੀ ਘੱਟ, ਤੁਹਾਡਾ ਜਿਹੜਾ ਲੈਵਲ ਮੇਨਟੇਨ ਰਹਿੰਦਾ। ਸੋ ਇਹ ਤੇ ਤੁਹਾਨੂੰ ਕਰਨਾ ਪੈਣਾ। ਸੈਕੰਡ ਜਿਹੜਾ ਗੱਲ ਤੁਸੀਂ ਇਹ ਕਰਨੀ ਹੈ ਕਿ ਜੇ ਤੁਹਾਡੀ ਫੈਮਿਲੀ ਹਿਸਟਰੀ ਵਿੱਚ ਕੋਈ ਹਾਰਟ ਦੀ ਪ੍ਰੋਬਲਮ ਹੈਗੀ, ਜਾਂ ਤੁਹਾਡਾ ਲਿਪਿਡ ਪ੍ਰੋਫਾਈਲ ਠੀਕ ਨਹੀਂ ਹੈਗਾ, ਜਾਂ ਤੁਹਾਨੂੰ ਤੁਹਾਡੇ ਮੈਟਾਬੋਲਿਕ ਸਿੰਡਰੋਮ ਹੈ, ਨਾਲ ਤੁਹਾਨੂੰ ਤੁਹਾਡਾ ਪੇਟ ਦਾ ਸਾਈਜ਼ ਵਧਿਆ, ਸੋ 3-4 ਗੱਲਾਂ ਇਕੱਠੀਆਂ ਨੇ, ਤੇ ਤੁਹਾਡੇ ਡਾਕਟਰ ਨੇ ਤੁਹਾਨੂੰ ਕਾਰਡੀਓਲੋਜਿਸਟ ਕੋਲ ਭੇਜਣਾ। ਤੁਹਾਡਾ ਸਟ੍ਰੈਸ ਟੈਸਟ ਕਰਨਗੇ, ਹੋ ਸਕਦਾ ਤੁਹਾਡਾ ਐਂਜੀਓਗ੍ਰਾਮ ਕਰਨੀ ਜਾਂ CT ਆਫ ਯੂਰ ਚੈਸਟ ਕਰਨ, ਉਹਨਾਂ ਦੀ ਕੋਰਨਰੀ ਆਰਟਰੀਜ਼ ਦੀ। ਸੋ ਉਹ ਬੜਾ ਕਾਮਨ ਗੱਲ ਹੈ। ਉਹਦੇ ਵਾਸਤੇ ਆਮ ਤੌਰ 'ਤੇ ਹੁੰਦਾ ਵੀ ਝੱਕਦੇ ਨੇ ਲੋਕ, ਤੇ ਡਰਦੇ ਵੀ ਨਹੀਂ ਕਈ ਵਾਰੀ, ਇਸ ਤਰ੍ਹਾਂ ਕਿ ਸਿਸਟਮ ਜਿਹੜਾ ਸਾਡਾ ਬੜਾ ਹੋਰ ਤਰ੍ਹਾਂ ਦਾ ਹੈ। ਤੇ ਚੰਗਾ, ਪਰ ਜੇ ਤੁਸੀਂ ਜਿਹੜਾ ਡਾਕਟਰ ਕੋਲੋਂ ਫॉर ਐਗਜ਼ਾਮਪਲ ਕਿ 500 ਡਾਇਬੈਟਿਕ ਪੇਸ਼ੈਂਟ ਨੇ, ਉਹਦਾ ਪ੍ਰੋਫਾਈਲ ਤੇ ਵੱਖਰਾ ਕਿ ਜਿਹਦੇ ਕੋਲ 20 ਪੇਸ਼ੈਂਟ ਨੇ ਡਾਇਬੈਟਿਕ, ਉਹ ਫਿਰ ਕਈ ਵਾਰੀ ਕਹਿਣਗੇ ਇੰਨੇ ਟੈਸਟ ਕਿਉਂ ਕਰਾ ਰਹੇ ਹੋ? ਪਰ ਟੈਸਟ ਤੇ ਕਰਾਉਣੇ ਪੈਣੇ ਨੇ, ਜਿਹੋ ਜਿਹਾ ਮਰੀਜ਼ ਉਹੋ ਜਿਹੇ ਟੈਸਟ ਕਰਾਉਣੇ ਨੇ। ਸੋ ਜਦੋਂ ਤੁਹਾਨੂੰ ਡਾਕਟਰ ਨੇ ਕਹਿਣਾ ਵੀ ਆ ਸਾਰੇ ਟੈਸਟ ਕਰਾ ਕੇ ਤੁਸੀਂ ਆਪਣੀ ਫਾਈਲ ਬਣਾਉਣੀ ਹੈ, ਹਰ ਤੀਜੇ ਮਹੀਨੇ ਬਾਅਦ ਚੈੱਕ ਕਰਾਉਣਾ, ਤੁਸੀਂ ਆਪਣੇ ਕਾਰਡੀਓਲੋਜਿਸਟ ਨੂੰ ਵੇਖਣਾ। ਫਿਰ ਉਸ ਤੋਂ ਬਾਅਦ ਜੇ ਤੁਹਾਡਾ ਕਿਡਨੀ ਦਾ ਜਿਹੜਾ ਫੰਕਸ਼ਨ ਹੈ ਨਾ, ਉਹਦੇ ਬਾਰੇ ਥੋੜ੍ਹੀ ਮੈਂ ਡਿਟੇਲ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਗੁਰਦਿਆਂ 'ਤੇ ਇਹਦਾ ਬੜਾ ਅਸਰ ਪੈਂਦਾ। ਤੇ ਉਹ ਜਿਹੜਾ ਅਸਰ ਹੈ ਨਾ, ਜੇ ਆਪਾਂ ਲੰਬੇ ਸਮੇਂ ਵਾਸਤੇ ਸ਼ੂਗਰ ਨਹੀਂ ਕੰਟਰੋਲ ਕਰਦੇ, ਤੁਹਾਡੇ ਪਿਸ਼ਾਬ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਤੇ ਜਿਹੜਾ ਅਰਲੀ ਸਾਈਨ ਹੁੰਦਾ ਝੱਗ ਵਗੈਰਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਜਾਂਦੇ ਹੋ ਵਾਸ਼ਰੂਮ ਦੇ ਵਿੱਚ, ਫਿਰ ਤੁਹਾਨੂੰ ਮਹਿਸੂਸ ਹੋਣਾ ਚਾਹੁੰਦਾ, ਸਮੈਲ ਦਾ ਵੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ। ਸੋ ਉਹ ਤੁਹਾਡਾ ਪ੍ਰੋਟੀਨਸ ਸ਼ੂਗਰ ਵਿੱਚ ਪਿਸ਼ਾਬ ਦੇ ਵਿੱਚ ਟੈਸਟ ਹੁੰਦਾ, ਨਾਲ ਤੁਹਾਡਾ ਜਿਹੜਾ ਨਾ ਤੁਹਾਡਾ ਕ੍ਰੈਟਿਨਿਨ ਤੇ ਤੁਹਾਡਾ GFR ਦਾ ਕਿਡਨੀ ਦੇ ਵਿੱਚ ਟੈਸਟ ਹੁੰਦਾ। ਇਹ ਜਿਹੜੇ ਟੈਸਟਾਂ ਦੇ ਨਾਂ ਨੇ ਨਾ, ਹਰ ਡਾਇਬੈਟਿਕ ਨੂੰ ਚਾਹੀਦਾ ਕਿ ਪਤਾ ਹੋਣ। ਹੀਮੋਗਲੋਬਿਨ A1C, ਫੈਸਟਿੰਗ ਸ਼ੂਗਰ, ਤੇ ਉਹਦੇ ਨਾਲ ਜਿਹੜਾ ਆਪਣਾ ਤੁਹਾਡੇ ਕਿਡਨੀ ਫੰਕਸ਼ਨ ਦਾ ਪਤਾ ਹੋਣਾ ਚਾਹੀਦਾ ਵੀ ਮੇਰਾ ਕਿਸ ਲੈਵਲ ਤੇ ਕੰਮ ਕਰਦਾ ਪਿਆ। ਇਹ ਕਿਉਂਕਿ ਬਹੁਤ ਦੌਰ ਤੇ ਬੜੀ ਵਾਰੀ ਵੇਖਿਆ ਗਿਆ ਕਿ ਜਦੋਂ ਤੁਸੀਂ ਜਾਂਦੇ ਹੋ ਹਸਪੀਟਲ ਵਿੱਚ,
ਉਹਨਾਂ ਤੁਹਾਨੂੰ ਪੁੱਛਣਾ ਹੁੰਦਾ ਤੁਹਾਡਾ ਸ਼ੂਗਰ ਦਾ ਕੀ ਕੰਟਰੋਲ ਹੈ। ਫਿਰ ਆਮ ਲੋਕੀ ਆਪਣੇ ਬੜੇ ਖੁੱਲ੍ਹੇ ਐਵੇਂ ਮਤਲਬ ਕਿ ਕਈ ਵਾਰੀ ਸੋਚ ਕੇ ਆਪਾਂ ਗੱਲ ਨਹੀਂ ਕਰਦੇ, ਉਹ ਕਹਿਣਗੇ ਮੈਨੂੰ ਤਾਂ ਨਹੀਂ ਪਤਾ। ਪਰ ਡੈਫੀਨੇਟਲੀ ਜਦੋਂ ਤੁਸੀਂ ਟੈਸਟ ਕਰਾਇਆ, ਤੁਹਾਡੇ ਡਾਕਟਰ ਨੇ ਤੁਹਾਡੇ ਟੈਸਟ ਕੀਤੇ ਨੇ, ਤੇ ਅੱਜ ਕੱਲ੍ਹ ਜਿਸ ਤਰ੍ਹਾਂ BC ਵਿੱਚ ਤਾਂ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈ। ਜਦੋਂ ਤੁਸੀਂ ਕੋਈ ਐਮਰਜੈਂਸੀ ਵਿੱਚ ਜਾਣਾ, ਉਹਨਾਂ ਤੁਹਾਡੀ ਸਾਰੀ ਇਨਫੋਰਮੇਸ਼ਨ ਕੱਢ ਲੈਣੀ ਹੈ। ਫਿਰ ਉੱਥੇ ਐਮਬੈਰਸਮੈਂਟ ਹੁੰਦੀ ਹੈ ਵੀ ਡਾਕਟਰ ਤੁਹਾਡੇ ਦੇ ਟੈਸਟ ਕਰਾਏ ਨੇ, ਫਿਰ ਕਹਿਣਗੇ ਮੈਨੂੰ ਤੇ ਐਕਸਪਲੇਨ ਨਹੀਂ ਕੀਤਾ। ਸੋ ਇਹਨਾਂ ਗੱਲਾਂ ਤੋਂ ਬਚਾਅ ਕਰਨ ਵਾਸਤੇ ਆਪਣੀ ਸ਼ੂਗਰ ਦੀ ਫਾਈਲ ਬਣਾਓ। ਜਦੋਂ ਤੁਹਾਨੂੰ ਐਮਰਜੈਂਸੀ ਜਾਣਾ ਪੈਂਦਾ ਜਾਂ ਕਿਸੇ ਵੀ ਡਾਕਟਰ ਕੋਲ ਜਾਣਾ, ਪੇਪਰ ਲੈ ਕੇ ਜਾਓ। ਹੁਣ ਤੇ ਕਾਮਨ ਗੱਲ ਹੈ ਕਿ ਜੇ ਫॉर ਐਗਜ਼ਾਮਪਲ ਕਿ ਜੇ ਮੈਂ ਤੁਹਾਨੂੰ ਜਿਸ ਤਰ੍ਹਾਂ ਐਕਸਪਲੇਨ ਕਰਦਾ ਪਿਆ, ਦਿਸ ਇਜ਼ ਅ ਨਾਰਮਲ ਜਿਸ ਤਰ੍ਹਾਂ ਅਸੀਂ ਕੰਮ ਕਰਨੇ ਆਫਿਸ ਵਿੱਚ। ਪੇਸ਼ੈਂਟ ਦੇਖਿਆ, ਉਹਨਾਂ ਨੂੰ ਕੰਪਲੀਕੇਸ਼ਨਸ ਨੇ, ਉਹ ਤੁਸੀਂ ਜਿਹੜੇ ਡਾਇਬੈਟਿਕ ਸਪੈਸ਼ਲਿਸਟ ਨੇ ਉਹਨਾਂ ਕੋਲ ਭੇਜਣਾ, ਉਹਨਾਂ ਨੂੰ ਤੁਸੀਂ ਸਾਰੀ ਇਨਫੋਰਮੇਸ਼ਨ ਅਟੈਚ ਕਰ ਦਿੰਦੇ ਹੋ। ਅੱਜ ਕੱਲ੍ਹ ਤਾਂ ਇਹ ਤਾਂ ਹੈ ਨਹੀਂ ਵੀ ਹਵਾ ਦੇ ਜਾਣੀ ਹੈ, ਹਵਾ ਦੇ ਰਸਤੇ ਜਾਂ ਕੈਨੇਡਾ ਪੋਸਟ, ਇਹ ਨਹੀਂ ਪਤਾ ਵੀ ਅੱਜ ਭੇਜਾਂਗੇ ਤੇ ਮਹੀਨੇ ਨੂੰ ਮਿਲਣੀ ਹੈ। ਉਹ ਬੈਸਟ ਹੈ ਵੀ ਤੁਸੀਂ ਜਿਹੜਾ ਇਲੈਕਟ੍ਰੋਨਿਕ ਜਿਹੜਾ ਸਾਡੇ EMRs ਨੇ, ਉਹਨਾਂ ਵਿੱਚ ਸਿਸਟਮ ਡਿਜ਼ਾਈਨ ਇਸ ਤਰ੍ਹਾਂ ਕੀਤਾ ਗਿਆ ਕਿ ਉਹ ਇਨਫੋਰਮੇਸ਼ਨ ਇੰਸਟੈਂਟਲੀ ਤੁਸੀਂ ਤੁਹਾਡੇ ਸਪੈਸ਼ਲਿਸਟ ਕੋਲ ਪਹੁੰਚ ਜਾਂਦੀ ਹੈ। ਉਹਨਾਂ ਜਦੋਂ ਤੁਹਾਨੂੰ ਦੇਖਣਾ, ਉਹਨਾਂ ਨਾਲ ਪ੍ਰੋਗਰਾਮ ਤਾਂ ਆਪਣਾ ਸੈੱਟ ਕਰੋ। ਸੋ ਆਪਣਾ ਤੁਸੀਂ ਆਈ ਡਾਕਟਰ ਨੂੰ ਵੇਖਣਾ, ਆਪਣੇ ਕਿਡਨੀ ਸਪੈਸ਼ਲਿਸਟ ਨੂੰ ਵੇਖਣਾ, ਹਾਰਟ ਵਾਲੇ ਨੂੰ ਵੇਖਣਾ, ਇਹ ਤੁਹਾਡਾ ਕੰਮ ਹੈ ਕਿ ਤੁਸੀਂ ਕਿਸ ਤਰ੍ਹਾਂ ਕੋਆਰਡੀਨੇਟ ਕਰਨਾ। ਫਿਰ ਇਹ ਪਿਛਲੇ ਪੈਂਡੈਮਿਕ ਦੇ ਟਾਈਮ ਦੇ ਵਿੱਚ ਤੇ ਸਾਰੇ ਵਰਚੁਅਲ ਕੇਅਰ ਹੀ ਸੀ। ਵਰਚੁਅਲ ਕੇਅਰ ਦੇ ਵਿੱਚ ਕੀ ਹੋਣਾ ਪਤਾ, ਕਹਿਣਾ ਹਾਂਜੀ ਸ਼ੂਗਰ ਠੀਕ ਹੈ ਜੀ, ਹਾਂਜੀ ਬਿਲਕੁਲ ਠੀਕ ਹੈ ਜੀ, ਤੁਸੀਂ ਦਵਾਈ ਲਈ ਸੀ ਜੀ, ਹਾਂਜੀ ਮੈਂ ਲਈ ਸੀ। ਪਰ ਇਹ ਵੇਖਿਆ ਜਾਂਦਾ ਵੀ ਕਈ ਵਾਰੀ ਅਨਫੋਰਚੂਨੇਟਲੀ ਇਹ ਮੈਂ ਕਿ ਹੋ ਸਕਦਾ ਵੀ ਕਈ ਲੋਕੀ ਲਾਈਕ ਨਾ ਕਰਨ ਜਿਹੜੀ ਮੈਂ ਗੱਲ ਲੱਗਾ ਕਰਨ, ਪਰ ਗੱਲ ਤੇ ਕਰਨੀ ਪੈਣੀ ਹੈ। ਜਿਹੜੀ ਅਸਲੀ ਗੱਲ ਹੈ, ਕਈ ਦਵਾਈਆਂ ਮਹਿੰਗੀਆਂ ਨੇ। ਉਹ ਜਿਹੜੀ ਦਵਾਈ ਹੈ ਕਈ ਵਾਰੀ ਮਹਿੰਗੀ, ਜਿਹੜੇ ਬਜ਼ੁਰਗ ਨੇ ਲੈ ਕੇ ਤਾਂ ਉਹ ਖਰੀਦਦੇ ਨਹੀਂ, ਉਹ ਘਰ ਜਾਣਗੇ ਤੇ ਘਰਦਿਆਂ ਨਾਲ ਪੈ ਜਾਣਾ ਗੱਲ ਵੀ ਹੈ ਤੇ 200-250 ਦੀ ਦਵਾਈ ਹੈ ਤੇ ਪੈਨਸ਼ਨ ਤੇ ਤੁਹਾਡੀ ਹੈ ਨਹੀਂ ਇੰਨੀ, ਮੈਂ ਕਿੱਥੋਂ ਲਿਆ ਕੇ ਦਿਆਂ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਬੈਸਟ ਤਰੀਕਾ ਹੁੰਦਾ ਜਦੋਂ ਇਹੋ ਜਿਹੇ ਹਾਲਾਤ ਹੋਣ ਆਪਣੇ ਡਾਕਟਰ ਨੂੰ ਮਿਲੋ। ਬੜੇ ਤਰੀਕੇ ਨੇ ਅਰੇਂਜਮੈਂਟ ਕਰਨ ਦੇ, ਕਾਫੀ ਕੰਪਨੀਜ਼ ਨੇ ਉਹ ਹੈਲਪ ਕਰ ਦਿੰਦੀਆਂ। ਫਾਰ ਐਗਜ਼ਾਮਪਲ ਕਿ ਜਿਹੜੇ ਜਿਨ੍ਹਾਂ ਦੀ ਹੁਣ ਫਿਕਸਡ ਇਨਕਮ ਹੈ, ਉਹ $200 ਦੀ ਮੈਡੀਸਨ ਕਿੱਥੋਂ ਲੈਣਗੇ ਹਫਤੇ ਮਹੀਨੇ ਦੀ। ਸੋ ਕਈ ਜਿਹੜੇ ਇੰਜੈਕਸ਼ਨਸ ਨੇ ਉਹ ਮਹਿੰਗੇ ਨੇ। ਸੋ ਬੈਸਟ ਤਰੀਕਾ ਹੁੰਦਾ ਕਿ ਓਪਨਲੀ ਡਿਸਕਸ ਕਰ ਲਓ ਵੀ ਮੇਰੇ ਫਾਈਨੈਂਸ਼ੀਅਲ ਜਿਹੜਾ ਪੈਕੇਜ ਕੋਈ ਬਹੁਤਾ ਚੰਗਾ ਨਹੀਂ ਹੈਗਾ ਤੇ ਇਸ ਟਾਈਮ ਦੇ ਵਿੱਚ ਮੈਂ ਜਿਹੜਾ ਨਾ ਚਾਹੁੰਦਾ ਵੀ ਤੁਸੀਂ ਮੇਰੀ ਹੈਲਪ ਕਰੋ। ਡਰੱਗ ਕੰਪਨੀਜ਼ ਵੀ ਹੈਲਪ ਕਰ ਦਿੰਦੀਆਂ, ਪਰ ਜਿਹੜੇ ਫਾਰਮਾਸਿਸਟ ਨੇ ਉਹ ਤੁਹਾਡਾ ਬੜਾ ਕੀ ਰੋਲ ਪਲੇ ਕਰਦੇ ਨੇ ਡਾਇਬੈਟਿਕ ਮੈਡੀਕੇਸ਼ਨ ਦੇ ਵਿੱਚ। ਕਿਸ ਤਰ੍ਹਾਂ ਕਰਦੇ ਨੇ ਕਿ ਇੱਕ ਜਿਹੜੀ ਅਸੀਂ ਸਾਰੇ ਗਲਤੀ ਕਰਨੇ ਇੱਕ ਬੜੀ ਵੱਡੀ, ਕਿ ਜਦੋਂ ਤੁਸੀਂ ਆਪਣਾ ਟੈਕਸ ਭਰਦੇ ਹੋ ਹਰ ਸਾਲ, ਉਹ ਜਦੋਂ ਟੈਕਸ ਭਰਦੇ ਹੋ ਉਹ ਜਾ ਕੇ ਫਾਰਮਾ ਕੇਅਰ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਾਓ ਤਾਂ ਕਿ ਜਿਹੜੀਆਂ ਤੁਹਾਡੀਆਂ ਮੈਡੀਸਨ ਨੇ ਤੁਹਾਡੀ ਇਨਕਮ ਦੇ ਮੁਤਾਬਕ ਹੋਣ। ਫਾਰ ਐਗਜ਼ਾਮਪਲ ਕਿ ਜਿਹਦੀ ਬੇਸਿਕ ਜਿਹੜੀ ਇਨਕਮ ਹੈ $14-15,000 ਪੈਨਸ਼ਨ ਜਿਹਨਾਂ ਦੀ ਹੈਗੀ ਹੈ ਵਿਦ GIC, ਉਹਨਾਂ ਵਾਸਤੇ ਤਾਂ ਕੋਈ ਜ਼ਿਆਦਾ ਖਰਚਾ ਨਹੀਂ ਹੋਣਾ। ਪਹਿਲੇ 2 ਮਹੀਨੇ ਲੈਣਗੇ ਥੋੜ੍ਹੇ ਜਿਹੇ ਪੈਸੇ, ਫਿਰ ਤੁਹਾਡੇ ਪੈਸੇ ਕੱਟੇ ਜਾਂਦੇ ਨੇ। ਪਰ ਨੰਬਰ ਆਫ ਸਾਡੀਆਂ ਫਾਰਮੇਸੀਜ਼ ਨੇ ਜਿਹੜੀਆਂ ਘਰਾਂ ਵਿੱਚ ਮੈਡੀਸਨ ਡਿਲੀਵਰ ਕਰਦੀਆਂ ਨੇ, ਬੜੇ ਹੈਲਪਫੁਲ ਨੇ। ਤਾਂ ਉਹਨਾਂ ਨਾਲ ਡਿਸਕਸ ਕਰ ਲਓ। ਕਈ ਵਾਰੀ ਮਾਂ-ਬਾਪ ਹੁੰਦਾ ਵੀ ਆਪਣੇ ਬੱਚੇ ਨਾਲ ਨਹੀਂ ਗੱਲ ਕਰ ਸਕਦੇ ਖੁੱਲ੍ਹ ਕੇ, ਜਾਂ ਹੋ ਸਕਦਾ ਵੀ ਖਰਚੇ ਵੱਧ ਜਾਂਦੇ, ਕਈ ਵਾਰੀ ਦਵਾਈ ਹੋ ਜਾਂਦੀ ਲੇਟ। ਪਰ ਟਰਾਈ ਕਰੋ ਕਿ ਜਿਹੜੀ ਮੈਡੀਸਨ ਹੈ ਨਾ, ਇਹ ਮੈਂ ਤਾਂ ਗੱਲ ਕਰਨਾ ਪਿਆ ਕਿ ਇਹਦਾ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਪਰਦੇ ਪਿੱਛੇ ਹੁੰਦੀਆਂ ਘਰ ਦੇ ਵਿੱਚ, ਤੇ ਤਾਂ ਪਰਦੇ ਪਿੱਛੇ ਹੋਣ ਦੀ ਬਜਾਏ ਹੁੰਦਾ ਵੀ ਜਦੋਂ ਤੁਸੀਂ ਜਾਂਦੇ ਹੋ ਡਾਕਟਰ ਨੇ ਤਾਂ ਦਵਾਈ ਤੁਹਾਨੂੰ ਲਿਖ ਦਿੱਤੀ, ਉਹਦੀ ਫਾਈਲ ਵਿੱਚ ਵੀ ਦਵਾਈ ਹੈਗੀ ਹੈ ਤੁਹਾਨੂੰ, ਤੁਸੀਂ ਪਰ ਇਹ ਪਤਾ ਲੱਗਦਾ ਵੀ ਤੁਸੀਂ ਫਾਰਮਾਸਿਸਟ ਕੋਲ ਤਾਂ ਗਏ ਹੀ ਨਹੀਂ। ਫਿਰ ਕਹਿਣਗੇ ਵੀ ਮੈਂ ਤਾਂ ਗਿਆ ਨਹੀਂ, ਮੈਂ ਸੋਚਿਆ ਵੀ ਮੈਂ ਐਕਸਰਸਾਈਜ਼ ਕਰ ਲਾਂ, ਮੈਂ ਡਾਈਟ ਚੇਂਜ ਕਰ ਲਾਂ। ਇਹ ਗੱਲ ਗਲਤ ਹੈ। ਜਦੋਂ ਤੁਹਾਡੀ ਸ਼ੂਗਰ ਬਹੁਤ ਖਰਾਬ ਹੈ, ਤੁਹਾਨੂੰ ਮੈਡੀਸਨ ਜਿਹੜੀਆਂ ਨਾ ਲੈਣੀ ਪੈਣੀ ਆ। ਬਟ ਡਿਫਰੈਂਟ ਵਰਾਇਟੀ ਆਫ ਮੈਡੀਸਨਸ ਨੇ। ਸਮ ਆਫ ਦੈਮ ਦੇ ਆਰ ਵੈਰੀ ਬੜੀਆਂ ਮਤਲਬ ਕਿ ਬਹੁਤੀਆਂ ਮਹਿੰਗੀਆਂ ਨਹੀਂ ਹੈਗੀਆਂ, ਕਈ ਹੈਗੀਆਂ ਥੋੜ੍ਹੀਆਂ ਮਹਿੰਗੀਆਂ। ਸੋ ਜਿਹੜੀਆਂ ਤੁਹਾਡੀਆਂ ਮਹਿੰਗੀਆਂ ਮੈਡੀਸਨ ਨੇ, ਕਿਉਂਕਿ ਹੋ ਸਕਦਾ ਤੁਹਾਡੇ ਸਿਸਟਮ ਵਿੱਚ ਉਹ ਮਹਿੰਗੀ ਮੈਡੀਸਨ ਹੀ ਕੰਮ ਆਉਣੀ ਹੈ, ਕਿਉਂਕਿ ਇੱਥੇ ਹੁਣ ਕਈ ਗੱਲਾਂ ਬਦਲਣ ਵਾਲੀਆਂ ਨੇ। ਉਹ ਤਾਂ ਪੁਰਾਣਾ ਸਿਸਟਮ ਚੱਲਦਾ ਪਿਆ ਵੀ ਜਨੈਰਿਕ ਮੈਡੀਸਨ ਕਈ ਚੀਜ਼ਾਂ ਦੀ ਅਵੇਲੇਬਿਲਿਟੀ ਨਹੀਂ ਹੈਗੀ, ਜੇ ਹੈਗੀ ਹੈ ਤਾਂ ਉਹ ਤੁਹਾਡੇ ਹੱਥ ਨਹੀਂ ਆਉਂਦੀ। ਸੋ ਇਹ ਜਿਹੜਾ ਨਾ ਇਹ ਡਾਇਬੈਟਿਕ ਜਿਹੜੇ ਪੇਸ਼ੈਂਟ ਨੇ ਉਹਨਾਂ ਵਾਸਤੇ ਸਾਡੀ ਕਮਿਊਨਿਟੀ ਵਿੱਚ ਬੜਾ ਵੱਡਾ ਇਸ਼ੂ ਹੈ। ਗੱਲ ਕਰਨ ਜਾਂ ਨਾ ਕਰਨ ਉਹਨਾਂ ਦੀ ਮਰਜ਼ੀ ਹੈ, ਪਰ ਕਿਉਂਕਿ ਜਦੋਂ ਹਸਪੀਟਲ ਪਹੁੰਚਦੇ ਨੇ ਤਾਂ ਉਹ ਫਿਰ ਫਾਰਮਾ ਕੇਅਰ ਨੂੰ ਕਰਦੇ ਨੇ ਚੈੱਕ, ਅਤੇ ਉਹ ਫਾਰਮਾ ਕੇਅਰ ਦੇ ਵਿੱਚ ਸਾਰਾ ਪਤਾ ਹੁੰਦਾ ਵੀ ਤੁਸੀਂ ਆਹ ਸਾਲ ਦੇ ਵਿੱਚ ਕਿਹੜੀ ਮੈਡੀਸਨ ਲਈ ਹੈ। ਅਤੇ ਉਹਦੇ ਵਿੱਚੋਂ ਜਦੋਂ ਉਹਨਾਂ ਨੇ ਡਾਕਟਰ ਨੂੰ ਫੋਨ ਕਰਨਾ ਕਿ ਤੁਹਾਡਾ ਪੇਸ਼ੈਂਟ ਇੱਥੇ ਆਇਆ ਜਾਂ ਤੇ ਇਹਦੀ ਤਾਂ ਸ਼ੂਗਰ ਬੜੀ ਖਰਾਬ ਹੈ, ਉਹਨੇ ਕਹਿਣਾ ਮੈਂ ਦਵਾਈ ਲਿਖ ਕੇ ਦਿੱਤੀ। ਉਹ ਕਹਿੰਦੇ ਦਵਾਈ ਤਾਂ ਲੈ ਨਹੀਂ ਰਹੇ, ਕਿਉਂਕਿ
ਜਿਹੜਾ ਫਾਰਮਾ ਕੇਅਰ ਦੇ ਵਿੱਚ ਬੰਦੇ ਦਾ ਨਾਂ ਹੀ ਨਹੀਂ ਹੈਗਾ। ਸੋ ਉਹਦੇ ਵਿੱਚ ਬੜੀ ਵੱਡਾ ਇਸ਼ੂ ਖੜਾ ਹੁੰਦਾ ਉਸ ਟਾਈਮ ਦੇ ਵਿੱਚ ਕਿ ਜਿਹੜਾ ਤੁਹਾਡਾ ਡਾਕਟਰ ਹੈ, ਕੋਈ ਡਾਕਟਰ ਵੀ ਹੋਏ ਨਾ, ਕਹਿਣਾ ਉਹ ਡਾਕਟਰ ਨੂੰ ਤਾਂ ਪਤਾ ਹੀ ਕੋਈ ਨਹੀਂ, ਉਹ ਕੰਮ ਨਹੀਂ ਕਰਦਾ ਪਿਆ। ਐਕਚੁਅਲੀ ਡਾਕਟਰ ਨੇ ਤੇ ਸਿਸਟਮ ਵਿੱਚ ਡਾਕੂਮੈਂਟ ਕਰਤਾ ਇਹ ਤੁਹਾਡਾ ਕਿਸੇ ਵੀ ਕੰਮ ਕਰਕੇ ਇਸ਼ੂ ਉਹਨੂੰ ਚਾਹੀਦਾ ਵੀ ਤੁਸੀਂ ਹੈਂਡਲ ਕਰੋ ਪ੍ਰੋਪਰਲੀ। ਬਾਕੀ BC ਵਿੱਚ ਤੇ ਜਿਹੜੀਆਂ ਡਾਇਬੈਟਿਕ ਕੇਅਰ ਦੇ ਨਾਲ ਜਦੋਂ ਤੁਹਾਡਾ ਡਾਇਗਨੋਸਿਸ ਬਣ ਗਿਆ, ਟੈਸਟ ਹੋ ਗਏ, ਨੈਕਸਟ ਸਟੈਪ ਹੈ ਜੋ ਡਾਇਟੀਸ਼ੀਅਨ ਕੋਲ ਵੀ ਜਾਣਾ ਚਾਹੀਦਾ। ਉਹ ਜਿਹੜਾ ਨਾ ਬੜੀ ਘੱਟ ਉਹਨਾਂ ਦੀ ਜਿਹੜੀਆਂ ਨਾ ਅਪਾਇੰਟਮੈਂਟਸ ਮਿਲਦੀਆਂ ਨੇ। ਫਿਰ ਜਿਹੜਾ ਪ੍ਰਾਈਵੇਟ ਨੇ ਉਹ ਬੜੇ ਐਕਸਪੈਂਸਿਵ ਨੇ। ਪੇਸ਼ੈਂਟ ਦੀ ਫੈਮਿਲੀ ਕਹੇਗੀ ਵੀ ਹੁਣੇ ਬਣਾਓ, ਹੁਣੇ ਕਿਸ ਤਰ੍ਹਾਂ ਬਣੇਗਾ, ਬਣ ਨਹੀਂ ਸਕਦਾ ਨਾ। ਤੁਸੀਂ ਫਿਰ ਭੇਜੋਗੇ ਹਸਪੀਟਲ ਨੂੰ, ਉਹ ਤੁਹਾਨੂੰ ਘਰ ਕੰਟੈਕਟ ਕਰਨਗੇ। ਫਿਰ ਜਦੋਂ ਉੱਥੇ ਜਾਂਦਾ ਪੇਸ਼ੈਂਟ, ਉੱਥੇ ਜਾ ਕੇ ਹੋਰ ਹੀ ਸਿਆਪਾ ਪੈ ਜਾਂਦਾ। ਉਹਨਾਂ ਕਹਿਣਾ ਵੀ ਆਹ ਨਹੀਂ ਲਿਆ, ਉਹ ਨਹੀਂ ਲਿਆ, ਤੁਸੀਂ ਆਹ ਨਹੀਂ ਕੀਤਾ, ਤੁਹਾਡੇ ਡਾਕਟਰ ਨੂੰ ਇਹ ਨਹੀਂ ਪਤਾ। ਸੋ ਇਹ ਜਿਹੜੀਆਂ ਨਾ ਬਲੇਮ ਗੇਮ, ਕਿਉਂਕਿ ਜਦੋਂ ਤੁਹਾਨੂੰ ਨੌਲੇਜ ਨਹੀਂ ਕਿਸੇ ਚੀਜ਼ ਬਾਰੇ ਜਾਂ ਤੁਸੀਂ ਇੰਸਟਰਕਸ਼ਨਾਂ ਫੋਲੋ ਨਹੀਂ ਕਰਦੇ ਪਏ, ਦੋ ਗੱਲਾਂ ਅਸੀਂ ਕਰਨੇ ਆ, ਅਸੀਂ ਜਾਂ ਗੁੱਸੇ ਹੁੰਦੇ ਹਾਂ ਜਾਂ ਬਲੇਮ ਕਰਨੇ ਆ। ਉਹ ਦੋਨੋਂ ਗੱਲਾਂ ਡਾਇਬੈਟਿਕ ਪੇਸ਼ੈਂਟ ਵਾਸਤੇ ਵੈਸੇ ਠੀਕ ਨਹੀਂ। ਬਾਕੀ ਵੇਖਿਆ ਗਿਆ ਵੀ ਜਦੋਂ ਤੁਹਾਨੂੰ ਜਿੱਥੇ ਪਹੁੰਚਣ ਤੋਂ ਬਾਅਦ ਤੁਹਾਨੂੰ ਉਹ ਸਰਟੀਫਿਕੇਟ ਮਿਲਦਾ, ਉਹਦੇ ਨਾਲ ਤੁਹਾਡੀਆਂ ਜਿਹੜੀਆਂ ਗਲੂਕੋਜ਼ ਚੈੱਕ ਕਰਨ ਵਾਲੀਆਂ ਸਟ੍ਰਿਪਸ ਨੇ ਨਾ, ਉਹ ਮਾਫ ਹੋ ਜਾਂਦੀਆਂ। ਉਹਦੇ ਵਿੱਚ ਇੱਕ ਜਿਹੜਾ ਨਾ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਵੇਖਣ ਵਾਲਿਆਂ ਨਾਲ, ਕਿ ਜਿਹੜੀ ਸ਼ੂਗਰ ਚੈੱਕ ਕਰਨੀ ਸ਼ੁਰੂ ਦੇ ਵਿੱਚ ਹੋ ਸਕਦਾ ਇੱਕ ਵਾਰੀ ਜਾਂ ਦੋ ਵਾਰੀ ਰੋਜ਼ ਦੀ ਕਰ ਲਓ, ਪਰ ਜਦੋਂ ਤੁਹਾਡੀ ਸ਼ੂਗਰ ਸਟੇਬਲ ਹੋ ਗਈ ਫਿਰ ਤੁਹਾਨੂੰ ਇੰਨੀ ਵਾਰੀ ਸ਼ੂਗਰ ਕਰਨ ਦੀ ਜ਼ਰੂਰਤ ਕੋਈ ਨਹੀਂ। ਕਈ ਵਾਰੀ ਹੁੰਦੀਆਂ ਕੰਪਨੀਆਂ ਦੀਆਂ ਕਈ ਤਰ੍ਹਾਂ ਦੇ ਅਦਾਰੇ ਨੇ, ਉਹ ਪੁਸ਼ ਕਰਦੇ ਨੇ ਵੀ ਤੁਸੀਂ ਸ਼ੂਗਰ 2 ਵਾਰੀ ਕਿਉਂ ਨਹੀਂ ਚੈੱਕ ਕਰਦੇ, 3 ਵਾਰੀ। ਜਦੋਂ ਤੁਹਾਡੀ ਸਟੇਬਲ ਹੈਗੀ ਹੈ, ਤੁਹਾਡੀ ਹੀਮੋਗਲੋਬਿਨ A1C <7 ਹੈ, ਤੁਹਾਡੀ ਫਾਸਟਿੰਗ ਸ਼ੂਗਰ 5 ਤੇ 6 ਦੇ ਵਿਚਕਾਰ ਹੈ, ਫਿਰ ਤੁਹਾਨੂੰ ਇੰਨੀ ਵਾਰੀ ਚੈੱਕ ਕਰਨ ਦੀ ਕੀ ਜ਼ਰੂਰਤ ਹੈ। ਆਪਣਾ ਤੁਸੀਂ ਉਹ ਆਪਣੇ ਰੋਜ਼ ਫਿੰਗਰ ਸਪੋਕ ਕਰਨੀ ਹੈ ਤੇ ਚੈੱਕ ਕਰੀ ਜਾਣਾ। ਹੁਣ ਤੇ ਇੱਕ ਸਿਸਟਮ ਹੋਰ ਵੀ ਆ ਗਿਆ। ਡਾਕਟਰ ਸਾਹਿਬ ਜਿਵੇਂ ਨਾ ਅਸੀਂ ਦੇਖਦੇ ਹਾਂ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਹਿਸਾਬ ਦੇ ਨਾਲ ਇੰਟਰਕਨੈਕਟਡ ਹੈਗੀਆਂ ਨੇ। ਸਾਡਾ ਸੁਸਾਇਟੀ ਦੇ ਵਿੱਚ ਰੋਲ, ਸਾਡਾ ਫੈਮਿਲੀ ਦੇ ਵਿੱਚ ਰੋਲ, ਸਾਡੇ ਫੈਮਿਲੀ ਅਸੀਂ ਕਿਸ ਤਰ੍ਹਾਂ ਦੇ ਨਾਲ ਟਰੀਟ ਕਰ ਰਹੇ ਹਾਂ ਡਾਇਬੈਟਿਕ ਪਰਸਨ ਨੂੰ, ਅਸੀਂ ਸਾਡੀ ਇਨਕਮ ਕਿਸ ਤਰ੍ਹਾਂ ਦੀ ਹੈਗੀ ਹੈ, ਅਸੀਂ ਦਵਾਈਆਂ ਲੈ ਰਹੇ ਹਾਂ ਜਾਂ ਨਹੀਂ ਲੈ ਰਹੇ, ਅਸੀਂ ਫੂਡ ਚੰਗਾ ਖਾ ਰਹੇ ਹਾਂ ਜਾਂ ਨਹੀਂ ਖਾ ਰਹੇ। ਚਲੋ ਕਈ ਵਾਰ ਡਾਈਟੇਸ਼ਨ ਦੇ ਨਾਲ ਤੁਹਾਨੂੰ ਮਿਲਵਾ ਵੀ ਦਿੱਤਾ ਜਾਂਦਾ, ਕਈ ਵਾਰੀ ਅਜਿਹਾ ਫੂਡ ਡਾਈਟੇਸ਼ਨ ਦੇ ਦਿੰਦੇ ਆ, ਉਹ ਕਹਿੰਦੇ ਅਸੀਂ ਅਫੋਰਡ ਨਹੀਂ ਕਰ ਸਕਦੇ। ਸੋ ਇਹ ਸਾਰੀਆਂ ਚੀਜ਼ਾਂ ਇੰਟਰ ਰਿਲੇਟਡ ਹੈਗੀਆਂ ਨੇ। ਇਹਨਾਂ ਦੇ ਨਾਲ ਇਹਨਾਂ ਦੇ ਬਾਰੇ ਗੱਲਬਾਤ ਕਰਨੀ ਜਿਹੜੀ ਉਹ ਲਾਜ਼ਮੀ ਆ ਕਿ ਡਾਇਬੈਟਿਕ ਪਰਸਨ ਦੀ ਜਿਹੜੀ ਡਾਇਬੀਟੀਜ਼ ਹੈਗੀਆਂ ਨੇ ਉਹ ਹੋਰ ਵਰਸਟ ਹੋ ਸਕਦੀਆਂ ਨੇ। ਤੁਸੀਂ ਟਾਈਪ 1 ਦੀ ਵੀ ਗੱਲ ਕੀਤੀ ਹੈ ਕਿ ਇੰਨੀ ਜ਼ਿਆਦਾ ਵਰਸਟ ਹੋ ਜਾਂਦੀਆਂ ਨੇ। ਕਈ ਵਾਰੀ ਮੈਂ ਦੇਖਿਆ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ, ਕਿ ਅੰਗ ਵੀ ਕੱਟਣੇ ਪੈ ਜਾਂਦੇ ਨੇ ਡਾਇਬੀਟੀਜ਼ ਕਰਕੇ। ਹੁਣ ਇਹ ਇੰਨੀ ਵਰਸਟ ਬਿਮਾਰੀ ਹੈ, ਕੰਪਲੀਕੇਸ਼ਨਸ ਇਹਦੇ ਇਹ ਨਹੀਂ ਕਿ ਸਿਰਫ ਕਿਡਨੀ ਦੇ ਲਿਵਰ ਦੇ ਉੱਤੇ ਹੈ, ਤੇ ਹੋਰ ਸਾਰੀ ਕੰਪਲੀਕੇਸ਼ਨ ਜਿਹੜੀਆਂ ਨੇ ਉਹ ਸਾਰੀ ਬੋਡੀ ਦੇ ਉੱਤੇ ਲਗਾਤਾਰ ਵਧਦੀਆਂ ਜਾਂਦੀਆਂ ਨੇ। ਹੁਣ ਉਹਨਾਂ ਕੰਪਲੀਕੇਸ਼ਨਸ ਦੇ ਥਰੂ ਉਹਨਾਂ ਤੋਂ ਬਚਣ ਦੇ ਲਈ ਕੀ ਕਰਨਾ ਚਾਹੀਦਾ ਜੀ? ਦੇਖੋ, ਜਿਹੜਾ ਐਕਸੈਲੈਂਟ ਕੰਟਰੋਲ ਹੈ ਨਾ, ਉਹ ਬੜਾ ਜ਼ਰੂਰੀ ਹੈ। ਚੰਗਾ ਕੰਟਰੋਲ 24 ਆਵਰ ਸ਼ੂਗਰ ਨੂੰ ਮੇਨਟੇਨ ਕਰਨਾ, ਉਹਦੇ ਵਾਸਤੇ ਜਿਹੜਾ ਤੁਹਾਡਾ ਟੈਸਟ ਹੈ, ਜਿਹੜਾ ਹੀਮੋਗਲੋਬਿਨ A1C ਦਾ 7 ਤੋਂ ਘੱਟ ਮੇਨਟੇਨ ਕਰਨਾ ਕ੍ਰੂਸ਼ਲ ਹੈ। ਇਸ ਤੋਂ ਇਲਾਵਾ ਹੋਰ ਕੋਈ ਜਿਹੜਾ ਨਾ ਉਹ ਬੈਸਟ ਇੰਡੀਕੇਟਰ ਹੈ। ਸੈਕੰਡ ਜਿਹੜਾ ਤੁਹਾਨੂੰ ਵੇਖਣਾ ਪੈਣਾ ਕਿ ਤੁਹਾਡਾ ਭਾਰ ਦਾ ਕੰਟਰੋਲ ਹੈ ਕਿ ਨਹੀਂ ਹੈ, ਤੁਹਾਡੇ ਖਾਣ ਪੀਣ ਦਾ ਕੰਟਰੋਲ ਹੈ ਕਿ ਨਹੀਂ ਹੈ, ਤੁਸੀਂ ਕਿਸ ਟਾਈਮ ਤੇ ਖਾ ਰਹੇ ਹੋ, ਕਿੰਨੀ ਵਾਰੀ ਖਾ ਰਹੇ ਹੋ। ਸਾਡੀ ਇਹ ਆਦਤ, ਸਾਡੀ ਨਹੀਂ ਮੈਂ ਕਹਿ ਸਕਦਾ ਵੀ ਆਮ ਲੋਕਾਂ ਦੀ ਆਦਤ ਹੁੰਦੀ ਹੈ ਵੀ ਫੂਡ ਜਿਹੜਾ ਨਾ ਪਹਿਲਾਂ ਸੀ ਮੈਂ 3 ਵਾਰੀ ਖਾਣਾ ਜੀ, ਮੈਂ 4 ਵਾਰੀ ਖਾਣਾ, ਮੈਂ ਸਵੇਰੇ ਉੱਠ ਕੇ ਜੀ ਨਾਸ਼ਤਾ ਲੈ ਰਿਹਾ ਜੀ, ਮੈਂ 10 ਵਜੇ ਆ ਖਾ ਰਿਹਾ, ਮੈਂ 12 ਵਜੇ ਖਾ ਰਿਹਾ। ਉਹ ਗੱਲਾਂ ਤੋਂ ਆਪਾਂ ਨੂੰ ਦੂਰ ਹੋਣਾ ਪੈਣਾ ਹੁਣ, ਕਿਉਂਕਿ ਜਿਹੜੇ ਟਾਈਪ 2 ਡਾਇਬੈਟਿਕ ਪੇਸ਼ੈਂਟ ਨੇ ਉਹਨਾਂ ਨੂੰ ਇੰਨੀ ਖਾਣ ਦੀ ਕੀ ਜ਼ਰੂਰਤ ਹੈ ਵੀ ਤੁਸੀਂ ਬਾਰ-ਬਾਰ ਖਾਈ ਜਾਣਾ। ਯੂ ਹੈਵ ਟੂ ਵਾਚ ਵੀ ਤੁਹਾਨੂੰ ਕਿੰਨੀ ਕੁ ਤੁਹਾਡੀ ਬਾਡੀ ਵਿੱਚ ਉਹਦੀ ਐਕਟੀਵਿਟੀ ਦੀ ਜ਼ਰੂਰਤ ਹੈ। ਗਲੂਕੋਜ਼ ਸਾਡੇ ਲਈ ਇੰਪੋਰਟੈਂਟ ਹੈ, ਉਸ ਤੋਂ ਬਿਨਾਂ ਅਸੀਂ ਫੰਕਸ਼ਨ ਨਹੀਂ ਕਰ ਸਕਦੇ। ਪਰ ਜਦੋਂ ਅਸੀਂ ਐਕਸੈਸ ਅਮਾਊਂਟ ਆਫ ਗਲੂਕੋਜ਼ ਕਾਰਬੋਹਾਈਡਰੇਟ ਵਨ ਵੇ ਔਰ ਦੀ ਅਦਰ ਲੈ ਰਹੇ ਹਾਂ, ਤੁਹਾਡੀ ਬਾਡੀ ਸਲੋ ਹੋਣੀ ਹੈ। ਉਹ ਫਿਰ ਡਾਈਟ ਜਿਹੜੀ ਹੈ ਦੂਜੀ ਜਿਹੜੀ ਚੰਗੀ ਡਾਈਟ ਉਹ ਮਹਿੰਗੀ ਹੈ। ਉਹਦੇ ਨਾਲ ਦੇਖੋ, ਇਹ ਤੇ ਹੈ ਨਹੀਂ ਵੀ ਇਕੱਲਾ ਆਟਾ ਤੇ ਦਾਲ ਖਾ ਲਈ ਤੇ ਨਾਲ ਤੁਸੀਂ ਉਹ ਮਿਠਾਈਆਂ ਖਾ ਲਈਆਂ। ਉਹ ਤੇ ਬਿਲਕੁਲ ਪਰਫੈਕਟ ਸਟੋਰਮ ਹੈ ਵੀ ਤੁਸੀਂ ਸਤਿਆਨਾਸ਼ ਕਰਦੇ ਹੋ ਬਾਡੀ ਦਾ। ਬਿਲਕੁਲ, ਸਾਨੂੰ ਕਈ ਵਾਰ ਡਾਕਟਰ ਸਾਹਿਬ ਨਹੀਂ ਪਤਾ ਹੁੰਦਾ। ਜੇ ਅਸੀਂ ਸਿਰਫ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਨਾ, ਆਪਾਂ ਰੋਟੀ ਖਾਂਦੇ ਆ ਉਹਦੇ 'ਚ ਵੀ ਸ਼ੂਗਰ ਹੈਗੀ ਆ। ਕਈ ਲੋਕ ਜਿਹੜੇ ਨੇ ਉਹ ਕਹਿੰਦੇ ਕਿ ਅਸੀਂ ਮਿਕਸ ਫਲਾਵਰ ਖਾ ਲੈਂਦੇ ਹੈਗੇ ਆ। ਹੁਣ ਉਹ ਮਿਕਸ ਦੇ ਵਿੱਚ ਅਸੀਂ ਮੱਕੀ ਵੀ ਖਾਈ ਜਾਂਦੇ ਆ, ਉਹਦੇ 'ਚ ਸ਼ੂਗਰ ਹੈ। ਕਈ ਲੋਕਾਂ ਦੇ ਮਨ ਦੇ ਵਿੱਚ ਇਹੀ ਹੈ ਕਿ ਮੱਕੀ 'ਚ ਸ਼ੂਗਰ ਨਹੀਂ ਹੁੰਦੀ। ਹੁਣ ਮੱਕੀ 'ਚ ਸ਼ੂਗਰ ਹੈਗੀ ਆ, ਹੋਰ ਚੀਜ਼ਾਂ 'ਚ ਸ਼ੂਗਰ ਹੈਗੀ। ਇਹ ਚੀਜ਼ਾਂ ਦੇ ਲਈ ਐਜੂਕੇਸ਼ਨ ਜ਼ਰੂਰੀ ਹੈ। ਦੇਖੋ, ਜਿਹੜਾ ਕੁਆਂਟੀਟੀ ਹੈ ਨਾ, ਵੈਰੀ ਗੁੱਡ ਕੁਐਸਚਨ, ਕਿਉਂਕਿ ਪਤਾ ਕੀ ਹੋ ਰਿਹਾ, ਇਹ ਫੈਸ਼ਨ ਬਣ ਗਿਆ ਹੁਣ ਜੀ। ਆ ਜਿਹੜਾ ਆਟਾ ਜੀ ਫਲਾਣੇ ਨੇ ਬਣਾਇਆ ਜੀ, ਆਟਾ ਫਲਾਣੇ ਨੇ ਬਣਾਇਆ ਜੀ, ਮਿਕਸ ਕਰਤਾ ਜੀ, ਇਹ ਕਰਤਾ ਜੀ, ਉਹ ਕਰਤਾ ਜੀ, ਇਹ ਸਰਟੀਫਾਈਡ ਹੈ, ਨਹੀਂ ਸਰਟੀਫਾਈਡ।
ਇਹ ਸਾਰੀਆਂ ਗੱਲਾਂ ਦਾ ਜਿਹੜੀ ਮਾਤਰਾ ਬੜੀ ਇੰਪੋਰਟੈਂਟ ਹੈ। ਇਹ ਤੁਹਾਨੂੰ ਕੀ ਪਤਾ ਵੀ ਹਰ ਇੱਕ ਬੋਰੀ ਤੇ ਨਹੀਂ ਕਿਸੇ ਨੇ ਚੈੱਕ ਕਰਨੀ। ਸੋ ਇਸ ਕਰਕੇ ਬੈਸਟ ਤਰੀਕਾ ਵੀ ਜਿਹੜਾ ਵੀ ਤੁਸੀਂ ਚੀਜ਼ ਖਾਣੀ ਹੈ ਉਹਨੂੰ ਉਹਦਾ ਜਿਹੜੀ ਮਾਤਰਾ ਬੜੀ ਇੰਪੋਰਟੈਂਟ ਹੈ। ਇੱਕ ਟਾਈਮ ਸੀ ਵੀ ਲੋਕੀ ਜਿਹੜੇ ਸੀ ਨਾ ਜਿਹੜਾ ਪੋਰਸ਼ਨ ਜਿਹੜੇ ਸੀ ਉਹ ਹੁੰਦੇ ਸੀ, ਫਿਰ ਬਫੇਜ਼ ਆ ਗਏ, ਫਿਰ ਜੇ ਐਫਲੂਐਂਸ ਆ ਗਿਆ, ਲੋਕਾਂ ਕੋਲ ਜ਼ਿਆਦਾ ਪੈਸੇ ਆ ਗਏ, ਸ਼ੋਅ ਕਰਨਾ ਸ਼ੁਰੂ ਕਰ ਦਿੱਤਾ ਵੀ ਮੈਂ ਇੱਥੇ ਜਾ ਰਿਹਾ, ਮੈਂ ਆਹ ਖਾ ਰਿਹਾ, ਉਹ ਖਾ ਰਿਹਾ, ਉਹਦੇ ਨਾਲ ਸਾਰੀਆਂ ਤਕਲੀਫਾਂ ਵੱਧ ਗਈਆਂ। ਹੁਣ ਇਹ ਗੱਲ ਹੋ ਰਹੀ ਹੈ ਕਿ ਜਿਹੜਾ ਸਪੈਸ਼ਲਾਈਜ਼ ਆਟਾ ਹੈ ਉਹਨੂੰ ਪਹਿਲਾਂ ਚੈੱਕ ਕਰੋ ਵੀ ਜਿਹੜਾ ਆਟੇ ਦੇ ਵਿੱਚ ਕੈਲਰੀਜ਼ ਵੇਖੋ ਵੀ ਜੇ ਤੁਸੀਂ 2 ਰੋਟੀਆਂ ਖਾ ਲਈਆਂ ਤੇ 400 ਕੈਲਰੀਜ਼ ਉੱਥੇ ਖਤਮ ਕਰ ਲਈ। ਇੱਕ ਰਸਗੁੱਲੇ ਵਿੱਚ ਜੇ 250 ਕੈਲਰੀ ਉਹ ਤੁਹਾਡਾ ਕੰਮ ਹੋ ਗਿਆ। ਬਰਫੀ ਦਾ ਇੱਕ ਪੀਸ ਖਾ ਲਿਆ 100 ਕੈਲਰੀਜ਼, ਉੱਥੇ ਤੁਹਾਡਾ ਕੰਮ ਹੋ ਗਿਆ। ਕਦੀ ਮੈਨੂੰ ਦੱਸੋ ਵੀ ਕੈਨੇਡਾ ਦੇ ਵਿੱਚ ਇੱਕ ਵੀ ਮਠਿਆਈ ਦੀ ਦੁਕਾਨ, ਹੋ ਸਕਦਾ ਵੀ ਮੇਰੇ ਕੋਲ, ਹੋ ਸਕਦਾ ਵੀ ਮੈਂ ਸਾਰੀਆਂ ਚੈੱਕ ਨਾ ਕੀਤੀਆਂ ਹੋਣਗੀਆਂ, ਅਸੀਂ ਵੀ ਜਾਂਦੇ ਹਾਂ ਮਠਿਆਈ ਲੈਂਦੇ ਹਾਂ, ਸਾਰੀਆਂ ਆਉਂਦੀਆਂ ਨੇ, ਪਰ ਜੇ ਤੁਸੀਂ ਕਹੋ ਵੀ ਮੈਂ ਟੋਕਰਾ ਭਰ ਕੇ ਇੱਕ ਹਫ਼ਤੇ 'ਚ ਖਾ ਜਾਣਾ, ਜਾਂ ਜਿੰਨੀ ਵੀ ਮਠਿਆਈ ਦੀ ਦੁਕਾਨ ਹੈ ਕਿਸੇ ਦੇ ਵਿੱਚ ਕੈਲਰੀ ਦੀ ਵੈਲਿਊ ਦਿਖਾਓ। ਕਿਤੇ ਵੀ ਨੋਟ ਨਾ ਕੀਤਾ। 2 ਜਗ੍ਹਾ ਨੇ ਜਿੱਥੇ ਕਦੀ ਕੈਲਰੀ ਨਹੀਂ ਦਿਖਾਉਂਦੇ, ਇੱਕ ਸ਼ਰਾਬ ਦੀ ਦੁਕਾਨ ਤੇ ਇੱਕ ਮਠਿਆਈ ਦੁਕਾਨ ਤੇ ਦੋਨੋਂ ਚੀਜ਼ਾਂ ਹੀ ਅਸੀਂ ਲੋਕ ਦੋਨੀਆਂ ਨਹੀਂ, ਜਿਹੜਾ ਮੋਡਰੇਸ਼ਨ ਦੇ ਵਿੱਚ ਜੋ ਸਾਡੇ ਰੀਤੀ ਰਿਵਾਜ ਨੇ, ਲੋਕਾਂ ਨੇ ਮੂੰਹ ਮਿੱਠਾ ਕਰਨਾ, ਜੋ ਵੀ ਹੈਗੀ ਸੀ ਗੱਲ, ਦੈਟਸ ਫਾਈਨ, ਉਹਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ। ਪਰ ਜੇ ਤੁਸੀਂ ਕਹੋ ਵੀ ਡੱਬਿਆਂ ਦੇ ਡੱਬੇ ਜਿਹੜੇ ਨਾ ਖਾਈ ਜਾਣੇ ਨੇ ਤੇ ਫਿਰ ਕਹਿਣਾ ਵੀ ਮੈਂ ਤੇ ਸ਼ੂਗਰ, ਮੈਂ ਚਾਹ 'ਚ ਤਾਂ ਮੈਂ ਸ਼ੂਗਰ ਨਹੀਂ ਪਾਉਂਦਾ, ਪਰ 2 ਮੈਂ ਖਾ ਜਾਣਾ, ਲੱਡੂ ਖਾ ਜਾਣਾ, ਰਸਗੁੱਲੇ ਖਾ ਜਾਣਾ। ਸੋ ਇਹਦੇ ਵਾਸਤੇ ਬੈਸਟ ਤਰੀਕਾ ਕਿ ਤੁਹਾਨੂੰ ਮੈਂ ਡਾਇਟੀਸ਼ੀਅਨ ਕੋਈ ਲਿਆ ਕੇ ਦਿਆਂਗਾ, ਉਹਨਾਂ ਨਾਲ ਗੱਲ ਕਰੋ, ਉਹ ਤੁਹਾਨੂੰ ਐਕਸਪਲੇਨ ਕਰਨਗੇ ਵੀ ਐਕਚੁਅਲੀ ਉਹਦੇ ਵਿੱਚ ਕੈਲਰੀਜ਼ ਕਿੰਨੀਆਂ ਨੇ, ਕਿਹੜੀ ਚੀਜ਼ ਤੁਹਾਨੂੰ ਖਾਣੀ ਚਾਹੀਦੀ ਹੈ, ਕਿਹੋ ਜਿਹਾ ਘਿਓ ਖਾਣਾ ਚਾਹੀਦਾ, ਕਿਹੜਾ ਤੁਸੀਂ ਤੇਲ ਯੂਜ਼ ਕਰਨਾ। ਉਹ ਜਿਹੜੀਆਂ ਸਾਰੀਆਂ ਗੱਲਾਂ ਨੇ, ਮੈਨੂੰ ਉਹਦੇ ਬਾਰੇ ਮੈਂ 100% ਨੌਲੇਜ ਨਹੀਂ ਹੈਗਾ ਕਿ ਮੈਂ ਵੀ ਗੱਲ ਕਰਾਂ ਜਿਹੜੀ ਗੱਲ ਸਹੀ ਨਾ ਹੋਏ, ਪਰ ਇੰਨੀ ਗੱਲ ਮੈਂ ਤੁਹਾਨੂੰ 100% ਕਹਿ ਸਕਦਾ ਦਾਅਵੇ ਦੇ ਨਾਲ ਵੀ ਇੱਕ ਟਾਈਮ ਇਹੋ ਜਿਹਾ ਆਉਣਾ ਇੱਥੇ ਕਿ ਹੈਲਥ ਕੈਨੇਡਾ ਨੇ ਕਹਿਣਾ ਵੀ ਤੁਸੀਂ ਆਪਣੀਆਂ ਦੁਕਾਨਾਂ 'ਤੇ ਮਠਿਆਈ ਦੇ ਜਦੋਂ ਤੁਸੀਂ ਸਪਲਾਈ ਕਰਦੇ ਪਿਓ ਕੈਲਰੀਜ਼ ਲਿਖੋ, ਕਿਉਂਕਿ ਇਹ ਨੁਕਸਾਨ ਕਰਦਾ ਪਿਆ। ਇਹ ਸਾਡੀ ਕਲੈਕਟਿਵ ਰਿਸਪੌਂਸਿਬਿਲਿਟੀ ਬਣਦੀ ਹੈ। ਫਾਰ ਐਗਜ਼ਾਮਪਲ ਸਰੀ ਦੀ ਗੱਲ ਲੈ ਲਓ, ਜੇ ਸਰੀ ਦੇ ਵਿੱਚ ਜੇ ਸਪੋਜ਼ ਵੀ 150-200 ਦੁਕਾਨ ਹੈ, ਥੋੜ੍ਹੀ ਜਿਹੀ ਮੋਡੀਫਿਕੇਸ਼ਨ ਉਹਨਾਂ ਨੂੰ ਕਰਨੀ ਪੈਣੀ ਹੈ। ਦੇਖੋ ਵਿਆਹ ਸ਼ਾਦੀ ਦੇ ਵਿੱਚ ਤੁਸੀਂ ਫਰੂਟ ਵੀ ਦੇ ਸਕਦੇ ਹੋ, ਆਪਾਂ ਜੇ ਨਟਸ ਦੀ ਤਾਂ ਗੱਲ ਨਹੀਂ ਕੀਤੀ, ਉਹ ਟਾਈਮ ਨਹੀਂ ਹੈਗਾ ਇੰਨਾ, ਉਹ ਵੀ ਤੁਸੀਂ ਦੇ ਸਕਦੇ ਹੋ, ਪਰ ਕੰਬੀਨੇਸ਼ਨ ਜ਼ਰੂਰ ਤੁਸੀਂ ਕਰੋ। ਮੇਬੀ ਉਹ ਜਿਹੜੀ ਮਠਿਆਈ ਉਹਨੂੰ ਜਿਹੜੀਆਂ ਸ਼ੂਗਰ ਫਰੀ ਬਣਾ ਲਓ, ਕੋਈ ਹਰਜ ਨਹੀਂ, ਪਰ ਕਿਤੇ ਨਾ ਕਿਤੇ ਤੇ ਚੇਂਜਸ ਕਰਨੀਆਂ ਪੈਣੀਆਂ। ਬਿਲਕੁਲ ਜੀ। ਡਾਕਟਰ ਸਾਹਿਬ ਪਤਾ ਕੀ ਹੈ, ਇਹ ਨਾ ਸਾਨੂੰ ਐਜੂਕੇਸ਼ਨ ਦੀ ਵੀ ਘਾਟ ਹੈਗੀ, ਸਾਨੂੰ ਐਜੂਕੇਟ ਕਰਨਾ ਚਾਹੀਦਾ। ਹੁਣ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ, ਜੇ 1-2 ਜਾਣਿਆਂ ਦੇ ਵੀ ਇਹ ਕੰਮ ਆ ਗਈ ਤਾਂ ਅਸੀਂ ਸਮਝਾਂਗੇ ਸਾਡੀ ਵੱਡੀ ਪ੍ਰਾਪਤੀ ਹੈ ਜੇ, ਕਿਉਂਕਿ ਸੁਣਨਾ ਤਾਂ ਬਹੁਤ ਜਾਣਿਆਂ ਨੇ ਆ, ਪਰ ਉਹਨੂੰ ਇੰਪਲੀਮੈਂਟ ਕਿਹਨੇ ਕਰਨਾ ਇਹ ਵੱਡਾ ਸਵਾਲ ਹੈ। ਉਹਨੂੰ ਆਪਣੀ ਲਾਈਫ ਦੇ ਵਿੱਚ ਕਿਹਨੇ ਇੰਪਲੀਮੈਂਟ ਕਰ ਲੈਣਾ ਹੈ ਉਹ ਵੱਡਾ ਸਵਾਲ ਹੈ। ਹੁਣ ਉਹਦੇ ਵਿੱਚ ਤੁਸੀਂ ਦੇਖੋ ਕਿ ਸ਼ਰਾਬ ਦੀ ਬੋਤਲ ਹੈ, ਚਾਹੇ ਉਹ ਸਿਗਰਟ ਦੀ ਡੱਬੀ ਹੈ, ਉਹਦੇ ਤੇ ਲਿਖਿਆ ਹੁੰਦਾ ਹੈ ਕਿ ਸਿਹਤ ਦੇ ਲਈ ਹਾਨੀਕਾਰਕ ਹੈ, ਫਿਰ ਵੀ ਲੋਕ ਬਾਏ ਕਰਦੇ ਆ। ਇਹ ਮੈਂਟੈਲਿਟੀ ਹੈ, ਸਾਨੂੰ ਐਜੂਕੇਸ਼ਨ ਦੀ ਘਾਟ ਹੈ, ਸਾਨੂੰ ਐਜੂਕੇਟ ਹੋਰ ਕਰਨਾ ਪੈਣਾ ਲੋਕਾਂ ਨੂੰ। ਮੈਂ ਤਾਂ ਬਿਲਕੁਲ ਨਾ ਇਹ ਜਿਹੜੀ ਗੱਲ ਹੈ ਨਾ ਡਰਿੰਕ ਦੀ, ਜਿਹੜੀ ਤੁਸੀਂ ਹੁਣ ਅਸੀਂ ਵੀ ਡਰਿੰਕ ਕਰਨੇ ਆ, ਦੁਨੀਆ ਸਾਰੀ ਸੋਸ਼ਲ ਡਰਿੰਕ ਕਰਦੀ ਹੈ, ਕੋਈ ਤੇ ਇਹ ਤਾਂ ਨਹੀਂ ਕਹਿੰਦਾ ਵੀ ਤੁਸੀਂ ਸ਼ਰਾਬ ਨਹੀਂ ਪੀਣੀ 100%, ਵੀ ਜੇ ਤੁਸੀਂ ਕਰਦੇ ਹੋ ਤੇ ਉਹਦੀ ਮਾਤਰਾ ਤੁਸੀਂ ਨੋਟ ਕਰਨੀ ਹੈ। ਪਰ ਜਿਹੜੀ ਡਰਿੰਕਸ ਦੀ ਕਦੀ ਨੋਟ ਕੀਤਾ ਵੀ ਉਹਦੀ ਕੈਲਰੀ ਕਿੰਨੀ ਆ ਉਹਦੇ ਤੇ, ਉਹਦੇ ਨਾਲ ਤੁਸੀਂ ਕਿਸ ਚੀਜ਼ ਨਾਲ ਮਿਕਸ ਕਰਦੇ ਪਏ ਹੋ, ਲੋਕਾਂ ਦਾ ਭਾਰ ਕਿਸ ਤਰ੍ਹਾਂ ਘਟਣਾ, ਸ਼ੂਗਰ ਤੇ ਉਹਦਾ ਅਸਰ ਪੈਂਦਾ। ਜੇ ਅੱਧੀ ਬੋਤਲ ਪੀ ਲਈ ਤੇ ਨਾਲ ਤੁਸੀਂ ਦੇਖੋ ਤਾਂ ਪਾਰਟੀ ਦੇ ਵਿੱਚ ਕੀ ਹੁੰਦਾ, ਆ ਜੀ ਫਲਾਣੀ ਲੱਗੀ ਹੈ ਬਾਹਰ, ਫਲਾਣਾ ਸਟੈਂਡ ਲੱਗਾ, ਉਹਦਾ ਜਿਹੜਾ ਮਿਕਸ ਹੈ ਉਹਦੇ ਵਿੱਚ ਇੰਨੀਆਂ ਕੈਲਰੀਜ਼ ਨੇ, ਹੰਡਰਡਸ ਆਫ ਕੈਲਰੀਜ਼ ਨੇ ਜੂਸ ਦੇ ਵਿੱਚ। ਦੂਜਾ ਜਿਹੜਾ ਉਹ ਮਿੱਠੀਆਂ ਚੀਜ਼ਾਂ ਵਿੱਚ ਪਾ ਕੇ ਠੰਡਾ ਪਾਓ, ਇਹ ਪਾਓ, ਉਹ ਪਾਓ, ਵਿਖਾ ਕੇ ਕਿੰਨਾ ਖੁਸ਼ ਕਰਕੇ ਅਗਲਾ ਕਹਿੰਦਾ ਜੀ ਮੈਂ ਤਾਂ ਬੜੀ ਵੱਡੀ ਪਾਰਟੀ ਕੀਤੀ, ਪਰ ਨਾਲ ਤੁਸੀਂ ਅੱਧੇ ਬੰਦੇ ਬਿਮਾਰ ਵੀ ਕਰਦੇ ਨੇ। ਥੋੜ੍ਹਾ ਜਿਹਾ ਉਹਨਾਂ ਨੂੰ ਐਕਸਪਲੇਨ ਕਰੋ ਵੀ ਜੇ ਤੁਸੀਂ ਡਾਇਬੈਟਿਕ ਹੋ ਥੋੜ੍ਹਾ ਜਿਹਾ ਕੰਟਰੋਲ ਤੇ ਕਰੋ, ਇਹਦੇ ਵਿੱਚ ਤਾਂ ਕੋਈ ਨੁਕਸਾਨ ਨਹੀਂ ਹੈਗਾ, ਕੋਈ ਟੌਰ ਨਹੀਂ ਕਿਸੇ ਦੀ ਘਟਣੀ, ਨਾ ਕੋਈ ਤੁਹਾਡੀ ਕੋਈ ਫਰਕ ਪੈਣਾ ਵੀ ਇਹ ਲੋਕੀ ਧਿਆਨ ਨਾਲ ਨਹੀਂ ਕੰਮ ਕਰਦੇ ਪਏ। ਸੋ ਬਿਲਕੁਲ ਡਾਕਟਰ ਸਾਹਿਬ, ਜਾਂਦੇ ਸਾਨੂੰ ਇਹ ਵੀ ਦੱਸ ਦਿਓ ਕਿ ਜੇ ਕੋਈ ਓਵਰਸੀਜ਼ ਜਾ ਰਿਹਾ ਹੈ, ਕਿਤੇ ਬਾਹਰ ਵਿਜ਼ਿਟ ਕਰ ਰਿਹਾ ਹੈ, ਡਾਇਬੈਟਿਕ ਹੈਗਾ, ਉਹਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕੀ ਮੈਸੇਜ ਹੋਵੇਗਾ ਤੁਹਾਡੇ ਵੱਲੋਂ? ਦੇਖੋ ਇਹ ਤੇ ਹੁਣ ਲੱਖਾਂ ਪੰਜਾਬੀ ਆ, ਉਹਨਾਂ ਨੇ 2 ਸਾਲਾਂ ਦੇ ਅੰਦਰ ਸਾਰੇ ਬੰਦ ਸੀ, ਹੁਣ ਉਹਨਾਂ ਨੇ ਪੰਜਾਬ ਜਾਣਾ ਹੀ ਜਾਣਾ, ਉਹਨਾਂ ਨੂੰ ਰੋਕ ਨਹੀਂ ਹੋ ਸਕਦਾ, ਉਹਨਾਂ ਦੀ ਤਿਆਰੀਆਂ ਨੇ। ਸੀਨੀਅਰ ਖਾਸ ਕਰਕੇ ਅਕਤੂਬਰ 'ਚ ਤਾਂ ਉਹਨਾਂ ਜਾ ਕੇ ਤੇ ਮਾਰਚ ਅਪ੍ਰੈਲ 'ਚ ਆਉਣਾ। ਜਦੋਂ ਜਾਂਦੇ ਨੇ, ਜੇ ਤੁਹਾਡੇ ਕੋਲ ਐਨਫ ਸਪਲਾਈ ਨਹੀਂ ਹੈਗੀ, ਟਰੈਵਲ ਕਰਨ ਦੇ ਟਾਈਮ ਦੇ ਵਿੱਚ 7 ਦਿਨ ਦੀ ਸਪਲਾਈ ਆਪਣੇ ਕੋਲ ਰੱਖੋ, ਮੈਡੀਸਨ ਦੀ, ਆਪਣੇ
ਆਪਣੇ ਜਿਹੜਾ ਤੁਹਾਡਾ ਬੈਗ ਉਹਦੇ ਵਿੱਚ ਰੱਖੋ, ਕਿਉਂਕਿ ਬਹੁਤਿਆਂ ਦਾ ਤੇ ਕਈ ਵਾਰੀ ਬੈਗ ਉੱਥੇ ਜਾ ਕੇ ਨਹੀਂ ਮਿਲਦਾ, ਸਮਾਨ ਨਹੀਂ ਮਿਲਦਾ, ਫਿਰ ਤੁਸੀਂ ਟਰੈਵਲ ਕਰਦੇ ਪਏ ਉਹਦੀ ਪ੍ਰੋਬਲਮ ਪੈਣੀ ਹੈ। ਫਿਰ ਜਦੋਂ ਤੁਸੀਂ ਉੱਥੇ ਵਿੱਚ ਪਲੇਨ 'ਚ ਬੈਠੇ ਹੋ, ਤੁਸੀਂ ਜੇ ਡਾਇਬੈਟਿਕ ਮੀਲ ਆਰਡਰ ਨਹੀਂ ਕੀਤਾ ਫਿਰ ਇਸ਼ੂ ਆ ਜਾਣਾ। ਜੇ ਤੁਸੀਂ ਇਨਸੂਲਿਨ ਲਾ ਰਹੇ ਹੋ ਕਿਸ ਟਾਈਮ ਤੇ ਲਾਣੀ ਹੈ, ਮੈਡੀਸਨ ਲੈਣੀ ਹੈ ਕਿਸ ਟਾਈਮ ਤੇ ਲੈਣੀ ਹੈ, 12 ਘੰਟੇ ਦਾ ਟਾਈਮ ਚੇਂਜ ਹੋਣਾ। ਇਹ ਸਾਰੀਆਂ ਗੱਲਾਂ ਡਿਸਕਸ ਕਰਨੀਆਂ ਬੜੀਆਂ ਇੰਪੋਰਟੈਂਟ ਨੇ। ਤੇ ਜਿਹੜਾ ਸਭ ਤੋਂ ਵਰਸ ਕੰਮ ਕਰਨੇ ਆ ਅਸੀਂ ਸਾਰੇ, ਮੈਨੂੰ ਨਹੀਂ ਜਾਪਦਾ ਵੀ ਕੋਈ ਬੰਦਾ ਇਸ ਤੋਂ ਬਚਦਾ, ਕਿ ਜਦੋਂ ਜਾਈਦਾ ਉੱਥੇ ਜਿਹੜਾ ਵੀ ਬੰਦਾ ਮਿਲ ਗਿਆ ਪਹਿਲਾਂ ਜਾਂਦੇ ਉਹਨੇ ਕਹਿਣਾ ਜੀ ਆਹ ਤੇ ਮੈਡੀਸਨ ਠੀਕ ਨਹੀਂ ਹੈਗੀ, ਇਹ ਉੱਥੋਂ ਲੈ ਕੇ ਇਹ ਇੱਥੇ ਨਹੀਂ ਕੰਮ ਕਰਨੀ, ਚਲੋ ਮੈਂ ਤੁਹਾਨੂੰ ਫਲਾਣੇ ਕੋਲ ਖੜਨਾ। ਉਹ ਸਾਰਾ ਕੀਤਾ ਕਤਰਾ ਜਿਹੜਾ ਇੱਥੇ ਫੈਮਿਲੀ ਡਾਕਟਰ ਨੇ, ਇੰਟਰਨਿਸਟ ਨੇ, ਨੈਫਰੋਲੋਜਿਸਟ ਨੇ, ਆਪਥਮੋਲੋਜਿਸਟ ਨੇ, ਹਸਪੀਟਲ ਨੇ ਜਿੰਨਾ ਕੰਮ ਕੀਤਾ ਉਹ ਸਾਰਾ ਖੁਚ। ਤੇ ਉਹ ਫਿਰ ਆ ਕੇ ਤੇ ਫਿਰ ਉਹਨਾਂ ਨੇ ਜਦੋਂ ਵਾਪਸ ਆਉਣਾ ਤੇ ਨਾਲ ਹੋਣਾ ਬਾਕਸ, ਥੈਲਾ ਹੋਣਾ, ਥੈਲੇ 'ਚ ਹੋਣੀ ਹੈ ਕੀ MRI ਕਰਾਈ ਦੀ ਡਾਇਬੀਟੀਜ਼ ਨਾ। MRI ਦਾ ਕੀ ਮਤਲਬ? ਤੁਸੀਂ ਮੈਂ ਜੀ ਬੜੇ ਟੈਸਟ ਕਰਾਏ ਨੇ ਜੀ, ਮੈਂ ਬੜੇ ਪੈਸੇ ਦੇ ਕੇ ਆਇਆ, ਉਹ ਸਾਰਾ ਨੌਨਸੈਂਸ। ਜਿਹੜੀ ਅਸਲੀ ਗੱਲ ਹੈ ਉਹ ਦੱਸੋ ਕਿ ਮੈਂ ਆਪਣੀ ਹੀਮੋਗਲੋਬਿਨ ਆਪਣਾ ਸ਼ੂਗਰ ਚੈੱਕ ਕਰਾਈ ਹੈ, ਮੈਂ ਜਿਹੜੀ ਮੈਡੀਸਿਨ ਹੈ ਉਹਨੂੰ ਮੈਂ ਬਦਲਾਂ ਤੇ ਕਿਉਂ ਬਦਲਾਂ, ਮੇਰੀ ਜਿਹੜੀ ਸ਼ੂਗਰ ਤੋਂ ਪਹਿਲਾਂ ਵੇਖੋ। ਪਲੱਸ ਆਪਾਂ ਇੱਕ ਪ੍ਰੋਗਰਾਮ ਹੋਰ ਕਰਾਂਗੇ ਕਿ ਓਵਰਸੀਜ਼ ਜਦੋਂ ਆਪਾਂ ਵਿਜ਼ਿਟ ਕਰਨੇ ਆ ਤੇ ਜਿਹੜੇ ਲੋਕ ਡਾਇਬੈਟਿਕਸ ਨੇ ਜਾਂ ਜਿਹੜੇ ਡਾਇਲਿਸਿਸ ਦੇ ਨੇ ਜਾਂ ਜਿਹੜਾ ਕਿ ਮੈਡੀਕਲ ਟੂਰਿਜ਼ਮ ਲਈ ਜਾ ਰਹੇ ਨੇ, ਜਿਨ੍ਹਾਂ ਦੇ ਦਿਮਾਗ ਦੇ ਵਿੱਚ ਗਲਤਫਹਿਮੀ ਹੈ ਵੀ ਇਹ ਪਤਾ ਨਹੀਂ ਮੈਂ ਉੱਥੇ ਜਾ ਕੇ ਫਟਾਫਟ ਕੰਮ ਕਰਾ ਲੈਣਾ, ਉਹਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਪ੍ਰੋਬਲਮ ਲੈ ਕੇ ਵਾਪਸ ਆਉਂਦੇ ਨੇ ਤੇ ਜਦੋਂ 에ਅਰਪੋਰਟ ਤੇ ਉਤਰਦੇ ਨੇ ਸਿੱਧੇ ਘਰ ਨਹੀਂ ਆਉਂਦੇ, ਸਿੱਧੇ ਜਾਂਦੇ ਐਮਰਜੈਂਸੀ ਵਿੱਚ। ਬਿਲਕੁਲ ਇਹ ਚੀਜ਼ਾਂ ਜਿਹੜੀਆਂ ਨੇ ਉਹ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ। ਬਿਲਕੁਲ ਜੀ, ਅਗਲੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਅੱਜ ਦੀ ਇਨਫੋਰਮੇਸ਼ਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਡਾਕਟਰ ਚੀਮਾ ਦੇ ਨਾਲ ਅੱਜ ਗੱਲਬਾਤ ਹੋਈ ਹੈ, ਜਿਨ੍ਹਾਂ ਨੇ ਦੱਸਿਆ ਕਿ ਡਾਇਬੀਟੀਜ਼ ਨੂੰ ਸਾਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ। ਡਾਇਬੀਟੀਜ਼ ਲਗਾਤਾਰ ਇਹ ਰੋਗ ਵੱਧ ਰਿਹਾ। ਕਿਉਂ ਵੱਧ ਰਿਹਾ? ਸਾਡੇ ਲਾਈਫ ਸਟਾਈਲ ਦੇ ਨਾਲ ਵੱਧ ਰਿਹਾ, ਸਾਡੀਆਂ ਜਿਹੜੀਆਂ ਨੇ ਉਹ ਮਾੜੀਆਂ ਆਦਤਾਂ ਦੇ ਕਰਕੇ ਵੱਧ ਰਿਹਾ, ਤੇ ਨਾਲ ਜੇ ਕਿਸੇ ਨੂੰ ਜੈਨੇਟਿਕ ਹੈਗਾ ਤੇ ਤਾਂ ਵੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣੇ ਆਪ ਨੂੰ, ਆਪਣੀ ਲਾਈਫ ਨੂੰ ਸੇਵ ਕਰਨਾ ਹੈ। ਬਹੁਤ ਸਾਰੀ ਇਨਫੋਰਮੇਸ਼ਨ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਮਿਲੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਸ਼ਾਮਿਲ ਹੋਵਾਂਗੇ। ਦੇਖਦੇ ਰਹੋ ਸਾਂਝਾ TV ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।